ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਵਾਹਿਗੁਰੂ ऐसी कृपा मोहे करो संत चरण हमारो माथा नैन दर्श तन धूर परो। गुर को शब्द मेरा हियर बसै हर नामा मन संग धरो। तस्कर पंच निवार हो ठाकुर सगलो भरमा होम जरहो। जो तुम करो सोई भल मानै भावन दुविधा दूर टरहो। नानक के प्रभ तुम ही दाते संत संग ले मोहे उधरहो। सुख टल गुर सेवियै अहनिस सहज दर्शन परसे आए गुरु कै जन्म मरण होवै सिफत खसंबंधी नूर अरसहों कुरसहों। तुद डिठे सच्चे पातशाह मल जन्म जन्म दी कट्टी है। सज्जन सच्चा पातशाह सिर शाहां दे जिस पास बैठिया सबना दा वेसाहो। गुरु गरीब नवाज अंतरजामी भगत बचल किरपा दे खजाने धन धन साहिब श्री गुरु ग्रंथ साहिब महाराज दी पावन पवित्र हजूरी में सजी होई गुरु रूप गुरु खालसा साध संगत जी आओ सरबा संगतां सतगुरु ग्रंथ साहिब जी महाराज दे अगे झुकाओ सीस बुलाओ प्यार नाल संगतां आपस विच। वाहिगुरु जी का खालसा वाहिगुरु जी की फतेह। जो सतगुरां ने आपां नूं इह फतेह दी दात बख्शिश कीती है फतेह दे विच बहुत किरपा है बड़ी ताकत है बड़ा बल है इस विच। क्योंकि जो फतेह अखर बाणी अंदर बहुत बार गुरां ने जिक्र किया है। 10वें पातशाह ने फतेह का बहुत जिक्र किया है। इस करके जो फतेह बुलानी है ये नाल बड़ी बख्शिश हुंदी। इत्थे ही नहीं कि गुरां ने इन्ना भी कहा बचन एक ओंकार श्री वाहिगुरु जी की फतेह। उत्थे भी फतेह का वाचक आया। इस करके फतेह भई मन जीत। जदों मन नूं जित लैंदे आ विकारां नूं जित लैंदे आ तां अपनी फतेह हो जाती है। कहते फतेह प्राप्त की है।
ਜਿੱਤ ਲਿਆ ਹੈ। ਮਨੁੱਖਾ ਜਨਮ ਨੂੰ ਪਾ ਕਰਕੇ ਜਿਨ੍ਹਾਂ ਨੇ ਸਫਲਾ ਕੀਤਾ ਹੈ, ਜੋ ਸਹੀ ਰਸਤੇ ਉੱਤੇ ਚੱਲੇ ਹਨ, ਉਹਨਾਂ ਨੇ ਆਪਣੇ ਜਨਮ ਨੂੰ ਬੇਅਰਥ ਨਹੀਂ ਗਵਾਇਆ। ਉਹ ਸੰਸਾਰ ਦੇ ਵਿੱਚੋਂ ਜਿੱਤ ਕੇ ਗਏ ਨੇ। ਹਾਰ ਚੱਲੇ ਗੁਰਮੁਖ ਜਗ ਜੀਤਾ। ਬੜੇ ਕਾਰਨ ਹਨ। ਨਿਮਰਤਾ ਵਿੱਚ ਰਹਿ ਕੇ ਆਪਾਂ ਸਮਝਦੇ ਹਾਂ ਗੁਰਮੁਖ ਹਾਰ ਗਿਆ, ਫਲਾਨਾ ਉੱਚੇ ਸਿਰ ਵਾਲੇ ਦਾ ਉੱਚਾ ਸਿਰ ਰਹਿ ਗਿਆ। ਪਰ ਇਹ ਯਾਦ ਰੱਖੋ, ਜਿਹੜਾ ਇੱਥੇ ਹਾਰ ਜਾਂਦਾ ਉਹ ਦਰਗਾਹ ਦੇ ਵਿੱਚ ਜਿੱਤ ਜਾਂਦਾ। ਜਿਹੜਾ ਇੱਥੇ ਸਿਰ ਉੱਚੇ ਰੱਖਣ ਵਾਲੇ ਲੋਕ ਨੇ, ਉਹ ਦਰਗਾਹ ਵਿੱਚ ਜਾ ਕੇ ਹਾਰ ਜਾਂਦੇ ਨੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇਹ ਕਥਾ ਦੇ ਵਿੱਚ, ਜੋ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਵਿੱਚ ਦਾਤ ਬਖਸ਼ਿਸ਼ ਕੀਤੀ ਸੀ, ਇਹ ਚੀਜ਼ ਦਾ ਉੱਥੋਂ ਪਤਾ ਲੱਗਿਆ। ਜਿਹੜੇ ਹੁਣ ਜਿਵੇਂ ਰਾਜੇ ਮਹਾਰਾਜੇ ਨੇ, ਬੜੇ ਬੜੇ ਅਫਸਰ ਨੇ, ਬੜੇ ਬੜੇ ਜ਼ਿਮੀਂਦਾਰ ਪੈਸੇ ਵਾਲੇ ਨੇ, ਹੋਰ ਬਹੁਤ ਸਾਰੇ ਰਾਜਸੀ ਨੇ, ਕਿਤਨਾ ਹੀ ਕੁਛ ਹੈ, ਉੱਚੇ ਸਿਰ ਲੈ ਕੇ ਚੱਲਦੇ ਨੇ। ਜੋ ਮਹਾਰਾਜ ਕਹਿੰਦੇ ਦੁਨੀਆ ਅੰਦਰ ਹੀ ਕੇਵਲ ਉੱਚਾ ਸਿਰ ਰੱਖੇਗਾ। ਜਿਹੜੇ ਲੋਕ ਸੰਸਾਰ ਦੇ ਵਿੱਚ ਉੱਚਾ ਸਿਰ ਕਰਕੇ ਰੱਖਦੇ ਨੇ, ਮਹਾਰਾਜ ਕਹਿੰਦੇ ਅੱਗੇ ਜਾ ਕੇ ਉਹਨਾਂ ਦਾ ਸਿਰ ਬਿਲਕੁਲ ਹੀ ਖਤਮ ਹੋ ਜਾਂਦਾ, ਝੁਕ ਜਾਂਦਾ। ਉੱਥੇ ਉਹਨਾਂ ਨੂੰ ਦਰਗਾਹ ਦੇ ਵਿੱਚ ਜਾ ਕੇ ਸ਼ਰਮਸਾਰ ਹੋਣਾ ਪੈਂਦਾ ਕਿ ਮੈਂ ਸਿਰ ਉੱਚਾ ਰੱਖਣ ਵਾਸਤੇ ਦੁਨੀਆ ਦੇ ਅੰਦਰ ਬਹੁਤ ਸਾਰੀਆਂ ਗਲਤੀਆਂ ਕੀਤੀਆਂ। ਪਰ ਜਿਹੜੇ ਗੁਰਮੁਖ ਹੁੰਦੇ ਨੇ, ਉਹ ਦੁਨੀਆ ਦੇ ਅੰਦਰ ਨੀਵੇਂ ਹੋ ਕੇ ਚੱਲਦੇ ਨੇ, ਨਿਮਰਤਾ ਦੇ ਵਿੱਚ ਰਹਿੰਦੇ ਨੇ। ਸੋ ਜਦੋਂ ਦਾਸ ਇੱਥੇ ਪਹੁੰਚਿਆ ਸੀ, ਗੱਡੀ 'ਚ ਉਤਰਿਆ ਤਾਂ ਇਹ ਧਾਰਨਾ ਚੱਲ ਰਹੀ ਸੀ ਕਿ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਉੱਚਾ ਹੋ ਕੇ ਮਾਣ ਨਾ ਕਰੀ। ਨੀਵਾਂ ਜਿਹੜਾ ਪੱਲੜਾ ਭਰ ਦਿੰਦੇ ਆ ਆਪਾਂ, 5 ਕਿਲੋ ਖੰਡ ਲਈ ਹੈ ਦੁਕਾਨਦਾਰ ਤੋਂ, ਜੇ ਆਪਣਾ 5 ਕਿਲੋ ਖੰਡ ਵਾਲਾ ਪੱਲੜਾ ਉੱਚਾ ਰਹਿ ਜੇ ਤੇ 5 ਕਿਲੋ ਵੱਡੇ ਵਾਲਾ ਨੀਵਾਂ ਹੈ, ਤਾਂ ਆਪਾਂ ਕਹਿੰਦੇ ਖੰਡ ਤਾਂ ਘੱਟ ਹੈ। ਉਹ ਕਹਿੰਦੇ ਲਓ ਹੋਰ ਪਾ ਦਿੰਦੇ ਆ, ਹੋਰ ਲੈ ਲਓ ਤਾਂ ਕੀ ਹੈ। ਉਹ ਪੱਲੜਾ ਥੱਲੇ ਨੂੰ ਝੁਕ ਜਾਂਦਾ ਜਦੋਂ, ਤਾਂ ਉਹ ਪੱਲੜਾ ਭਾਰੀ ਪੱਲੜਾ ਮੰਨਿਆ ਜਾਂਦਾ। ਝੁਕਣ ਵਾਲਾ ਪੱਲੜਾ ਭਾਰੀ ਹੁੰਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਵੀ ਉੱਚਾ ਜਿਹੜਾ ਹੈ, ਸਿਮਲ ਰੁੱਖ ਸਰਾਇਰਾ, ਇਹ ਉੱਥੋਂ ਧਾਰਨਾ ਲਈ ਹੈ। ਧਾਰਨਾ ਹਮੇਸ਼ਾ ਬਾਣੀ ਦੇ ਸ਼ਬਦ ਤੋਂ ਹੀ ਬਣਦੀ ਆ। ਜਿਨ੍ਹਾਂ ਧਾਰਨਾਵਾਂ ਦੇ ਜਨਮਦਾਤਾ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਹੋਏ, ਜਿਨ੍ਹਾਂ ਨੇ ਧਾਰਨਾਵਾਂ ਸ਼ੁਰੂ ਕੀਤੀਆਂ ਸੀ। ਕਿਉਂਕਿ ਪਿੰਡਾਂ ਦੇ ਲੋਕ ਜੇ ਅੱਜ ਤਾਂ ਥੋੜ੍ਹੀ ਜਿਹੀ ਹੈ ਗੱਲਬਾਤ ਵਧੀਆ, ਅੱਜ ਤੋਂ ਸਿਰਫ 50 ਸਾਲ ਪਿੱਛੇ ਚਲੇ ਜਾਓ, ਜਿਹੜੇ ਉਰੇ 50, 60, 70, 80 ਵਾਲੇ ਬੈਠੇ ਹੋ, ਦੇਖੋ 50 ਸਾਲ ਪਿੱਛੇ ਕੀ ਸੀ, ਅਤੇ ਉਸ ਤੋਂ ਪਿੱਛੇ ਵੀ 50 ਸਾਲ ਹੋਰ ਜੇ ਜਾਈਏ, ਪੰਜਾਬ ਤਾਂ ਹੁਣ ਵੀ ਅਨਪੜ੍ਹਤਾ ਦੀ ਗਿਣਤੀ ਵਿੱਚ ਸਾਰਿਆਂ ਨਾਲੋਂ ਹੀ ਪਿੱਛੇ ਹੈ। ਅਨਪੜ੍ਹ ਬਹੁਤ ਹੈ ਇੱਥੇ, ਪੜ੍ਹਿਆ ਲਿਖਿਆ ਲੋਕ ਘੱਟ ਹੈ। ਆਪਣੀ ਗਿਣਤੀ ਕੀਤੀ, ਕੇਰਲਾ ਦੇ ਲੋਕ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਦੱਸੇ ਆ, ਸਭ ਤੋਂ ਘੱਟ ਪੜ੍ਹੇ ਲੋਕ ਪੰਜਾਬ ਦੇ ਵਿੱਚ ਦੱਸੇ ਆ। ਤਾਂ ਇਸ ਕਰਕੇ ਇਹ ਜਿਹੜੀ ਹੈ ਪੜ੍ਹਾਈ ਹੈ, ਸਕੂਲੀ ਪੜ੍ਹਾਈ ਦੇ ਵਿੱਚ ਜਿੰਨੀਆਂ ਵੀ ਆਪਾਂ ਪੜ੍ਹਾਈਆਂ ਆਮ ਕਰਦੇ ਹਾਂ, ਉਹਨਾਂ ਪੜ੍ਹਾਈਆਂ ਦੇ ਵਿੱਚ ਕੀ ਚੀਜ਼ ਆ ਆਪਾਂ ਪੜ੍ਹਦੇ ਨਹੀਂ, ਇਹਨਾਂ ਵਿਚਾਰਾਂ ਨੂੰ ਕਰਦੇ ਨਹੀਂ। ਹੁਣ ਦੇ ਲੋਕ ਨੈੱਟ ਦੇ ਉੱਤੇ ਬਾਣੀ ਦੇਖ ਲੈਂਦੇ, ਅਰਥ ਕੀ ਹੈ। ਹੁਣ ਥਾਂ ਥਾਂ ਕਥਾ ਚੱਲਦੀ ਹੈ, ਸਤਿਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਵੀ ਰਿਕਾਰਡ ਹੈ। ਬੇਅੰਤ ਗੁਰਦੁਆਰਿਆਂ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਦੀ ਔਰ ਉੱਥੇ ਚੱਲ ਰਹੀ ਲੜੀਵਾਰ ਕਥਾ ਵੀ ਚੱਲਦੀ ਹੈ।
ਉਹਨਾਂ ਦੀ ਐਪ ਦੇ ਉੱਤੇ ਨਾਲ ਅਰਥ ਵੀ ਆਉਂਦੇ ਨੇ। ਬਹੁਤ ਸਾਰੇ ਅਰਥ ਐਸੇ ਜਿਹੜੇ ਦੇਖਣੇ ਪੈਂਦੇ ਆਪਾਂ ਨੂੰ। ਸੋ ਜਦੋਂ ਬਾਬਾ ਆਤਰ ਸਿੰਘ ਜੀ ਨੇ ਇਹ ਬਾਣੀ ਸੰਗਤ ਨੂੰ ਸੁਣਾਈ, ਉਹ ਕਹਿੰਦੇ ਇਹ ਸਾਡੇ ਪੱਲੇ ਨਹੀਂ ਪੈਂਦਾ ਹੈ ਕੁਛ, ਸਾਨੂੰ ਤਾਂ ਸਿੱਧੀ ਜੀ ਬੰਦਿਆਂ ਨੂੰ ਸਿੱਧੀ ਜੀ ਗੱਲ ਦੱਸੋ। ਉਸ ਵਕਤ ਬਾਬਾ ਜੀ ਨੇ ਇਹ ਧਾਰਨਾਵਾਂ ਜਿਹੜੀਆਂ ਸ਼ੁਰੂ ਕੀਤੀਆਂ ਸੀ, ਜੇ ਸ਼ਰਧਾ ਹੋਵੇ ਅੰਦਰ, ਪ੍ਰੇਮ ਹੋਵੇ, ਤਾਂ ਇਹਨਾਂ ਦਾ ਅਸਰ ਮਨ ਦੇ ਉੱਤੇ ਬੜਾ ਡੂੰਘਾ। ਮੈਂ ਭਾਵੇਂ ਅੱਜ ਦੇ ਯੁੱਗ 'ਚ ਬਹੁਤਾ ਨਹੀਂ ਤਾਂ 10 ਕੁ ਪੜ੍ਹੇ ਹੋਏ ਆ, ਔਰ ਸਾਰੇ ਅਰਥ ਮਹਾਂਪੁਰਖਾਂ ਤੋਂ ਸਿੱਖੇ ਵੀ ਹੋਏ ਨੇ, ਪਰ ਧਾਰਨਾ ਦਾ ਆਪਣਾ ਹੀ ਅਸਰ ਪੈਂਦਾ, ਕਿਉਂਕਿ ਸਿੱਧੀ ਜੀ ਗੱਲ ਹੈ। ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਉਹ ਸਿਮਲਾ ਉੱਚਾ ਹੋ ਕੇ ਮਾਣ ਨਾ ਕਰੀ। ਸਿਮਲ ਦਾ ਦਰਖਤ ਹੈ, ਇੱਥੇ ਕਿਤੇ ਹੋਵੇ ਮੈਨੂੰ ਪਤਾ ਨਹੀਂ, ਪਟਿਆਲੇ ਹੈਗੇ ਆ, 12 ਦੇ ਵਿੱਚ ਇਹ ਦਰਖਤ ਆ। ਉੱਥੇ ਬਹੁਤ ਲੰਬਾ ਉੱਚਾ ਦਰਖਤ ਹੁੰਦਾ ਹੈ। ਮਾਚਿਸ ਦੀਆਂ ਜਿੰਨੀਆਂ ਤੀਲੀਆਂ ਬਣਦੀਆਂ ਸਾਰੀਆਂ ਸਿਮਲ ਤੋਂ ਹੀ ਬਣਦੀਆਂ, ਹੋਰ ਵੀ ਕਈ ਕੁਝ ਬਣਦਾ ਹੋਣਾ, ਪਰ ਸਿਮਲ ਰੁੱਖ ਸਰ ਆਇਰਾ, ਤੀਰ ਵਰਗਾ ਸਿੱਧਾ ਹੀ ਹੁੰਦਾ, ਬਹੁਤ ਜ਼ਿਆਦਾ ਉੱਚਾ ਹੁੰਦਾ। ਅਤ ਦੀਰਘ, ਅਤ ਮੁੱਚ, ਬਹੁਤ ਲੰਬਾ ਅਤੇ ਫੈਲਿਆ ਹੋਇਆ। ਇਹਨਾਂ ਦੇ ਜਿਹੜੇ ਫਲ ਹੁੰਦੇ ਨੇ, ਜਿਵੇਂ ਹਰਾ ਸੇਬ ਹੁੰਦਾ ਹੈ, ਇਹੋ ਜਿਹੇ ਹਰੇ ਸੇਬ ਵਰਗੇ ਫਲ ਗੋਲ ਗੋਲ ਲੱਗਦੇ ਨੇ। ਜਦੋਂ ਤੋਤਾ ਆਉਂਦਾ ਹੈ, ਉਹ ਜੇ ਆਵ ਹੈ ਆਸ ਕਰ, ਤੋਤਾ ਆਸ ਕਰਕੇ ਆਉਂਦਾ। ਸੋ ਜਦੋਂ ਆਸ ਕਰਕੇ ਆਉਂਦਾ ਹੈ, ਮੈਜਨ ਦੇਖ ਭੁਲੰਨ, ਮੈਜਨ ਨਾਮ ਤੋਤੇ ਦਾ, ਉਹ ਤੋਤਾ ਵੀ ਦੇਖ ਕੇ ਭੁੱਲ ਜਾਂਦਾ। ਉਹ ਤੋਤਾ ਆਪਣੀ ਚੁੰਝ ਉਹਦੇ ਵਿੱਚ ਜਦੋਂ ਗੜ ਦਿੰਦਾ, ਉਹ ਚੁੰਝ ਬੜੀ ਤਿੱਖੀ ਖੁੰਡੀ ਜੀ ਹੁੰਦੀ ਹੈ, ਜਾਂ ਤਿੱਖੀ ਚੁੰਝ ਵਾਲਾ ਹੁੰਦਾ, ਮੁੜਮੀ ਜੀ, ਉਹ ਵਿੱਚ ਫਸ ਜਾਂਦੀ ਹੈ, ਕਿਉਂਕਿ ਬਿਲਕੁਲ ਲੱਕੜ ਵਰਗੀ ਹੁੰਦੀ ਆ। ਉਹ ਜਿਹੜਾ ਬੂਟਾ ਫਲ ਲੱਗਦਾ, ਉਹਦੇ ਵਿੱਚ ਜਦੋਂ ਚੁੰਝ ਫਸ ਜਾਂਦੀ ਸਾਧ ਸੰਗਤ ਜੀ, ਤਾਂ ਫਿਰ ਉਹ ਤੋਤਾ ਖਿੱਚਣ ਦਾ ਯਤਨ ਕਰਦਾ, ਪਰ ਨਿਕਲਦੀ ਨਹੀਂ ਹੈ। ਫਿਰ ਤੜਫ ਤੜਫ ਕੇ ਤੋਤਾ ਉੱਥੇ ਹੀ ਮਰ ਜਾਂਦਾ। ਮੈਜਨ ਦੇਖ ਭੁਲੰਨ, ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲੰਨ। ਸੱਜਣ ਠੱਗ ਨੂੰ ਇਹ ਉਪਦੇਸ਼ ਦਿੱਤਾ ਸੀ ਮਹਾਰਾਜ, ਕਹਿੰਦੇ ਤੇ ਸੱਜਣਾ ਕੱਦ ਦਾ ਬੜਾ ਲੰਬਾ ਤੇਰਾ, ਐਡਾ 6.5 ਫੁੱਟ 7 ਫੁੱਟ ਕੱਦ ਹੈ। ਕਿਉਂ? ਕੱਦ ਪਹਿਲਾਂ ਬਹੁਤ ਉੱਚੇ ਹੁੰਦੇ ਸੀ, ਆ ਹੁਣੇ ਕੱਦ ਛੋਟੇ ਛੋਟੇ ਨਿਆਣਿਆਂ ਦੇ ਖਾਦ ਖੁਰਾਕਾਂ ਘਟ ਗਈਆਂ ਕਰਕੇ ਕੱਦ ਛੋਟੇ ਹੋ ਗਏ। ਜਿੰਨੇ ਇਹਨੇ ਪਿੱਛੇ ਨੂੰ ਜਾਓ 100 ਸਾਲ 200 ਸਾਲ, ਜੇ 300-350 ਸਾਲ ਪਿੱਛੇ ਨੂੰ ਜਾਈਏ, ਜਦ ਅਸੀਂ ਉਹ ਪਹਾੜਾਂ ਦੇ ਵਿੱਚ ਰੋਪੜ ਵਾਲੇ ਪਾਸੇ ਇੱਧਰ ਕਥਾ ਕਰਨ ਗਏ ਸੀ, ਇੱਕ ਸਥਾਨ ਹੈ ਬੀਬੀ ਮੁਮਤਾਜ਼ ਜੀ ਦਾ। ਸੋ ਜਿਨ੍ਹਾਂ ਨੇ ਸੇਵਾ ਕੀਤੀ ਸੀ 10ਵੇਂ ਪਾਤਸ਼ਾਹ ਦੀ, ਭਾਈ ਬਚਿੱਤਰ ਸਿੰਘ ਦੀ, ਉਹ ਜ਼ਖਮੀ ਹੋਏ ਸੀ, ਜਿਨ੍ਹਾਂ ਨੇ ਸ਼ਾਦੀ ਨਹੀਂ ਸੀ ਕਰਾਈ, ਬਾਅਦ ਦੇ ਵਿੱਚ 136 ਸਾਲ ਦੀ ਉਮਰ 'ਚ ਸਰੀਰ ਛੱਡਿਆ ਸੀ। ਅਸੀਂ ਜਦ ਉਹ ਪਿੰਡ ਪਹਾੜੀ ਦੇ ਉੱਪਰ ਜਾ ਕੇ ਗੱਡੀ ਲੈ ਕੇ ਮੱਥਾ ਟੇਕਿਆ, ਤਾਂ ਹੁਣ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਐਸੀਆਂ ਹੋ ਜਾਂਦੀਆਂ ਵਰਣਨ ਕਰਨੇ, ਤੁਸੀਂ ਵੀ ਜਾ ਕੇ ਆਇਓ ਕਦੇ ਸਮਾਂ ਲੱਗ ਜੇ। ਜਦੋਂ ਅਸੀਂ ਗੱਡੀ 'ਤੇ ਚਲੇ ਜਾਂ ਪੌੜੀਆਂ ਦੇਖੀਆਂ, ਚੜ੍ਹਾਈ ਦੇਖੀ, ਵੀ ਸਰੀਰ ਭਾਰਾ, ਮੈਂ ਕਿਹਾ ਮੈਨੂੰ ਔਖਾ ਜਿਹਾ ਹੋਣਾ, ਥੋੜ੍ਹਾ ਗਰਮੀ ਆ ਉੱਧਰੋਂ। ਉਹ ਕਹਿੰਦੇ ਵੀ ਉਰੇ ਹਾਜ਼ਰ ਨਾਜ਼ਰ ਹੀ ਆ ਸਾਰਾ ਕੁਝ। ਮੈਂ ਕਿਹਾ ਫੌਜਾਂ ਦਿਖਦੀਆਂ? ਕਹਿੰਦੇ ਹਾਂ। ਮੈਂ ਫਿਰ ਤਾਂ ਚਲੋ ਕੰਮ ਬਣ ਜਾਊਗਾ ਆਪਣਾ। ਕਹਿੰਦੇ ਬੀਬੀ ਜੀ ਵੀ ਕਦੇ ਕਦੇ ਐਂ ਝੌਲਾ ਪੈਂਦਾ, ਕਦੇ ਇੱਧਰ ਨੂੰ ਕਦੇ ਇੱਧਰ, ਕਹਿੰਦੀ ਸਾਰੀ ਸੇਵਾ ਇਹ ਆ ਬੀਬੀ ਜੀ ਨੇ ਆਪ ਹੀ ਕਰਵਾਈ ਆ, ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਭੈਰੋ ਮਾਜਰੇ ਵਾਲਿਆਂ ਤੋਂ। ਮੈਂ ਕਿਹਾ ਬੀਬੀ ਜੀ ਬੇਨਤੀ ਇਹ ਵੀ ਮੇਰਾ ਸਰੀਰ ਭਾਰਾ, ਵੀ ਫੌਜੋ ਮੈਂ ਉੱਤੇ ਥੋੜ੍ਹਾ ਜਿਹਾ ਅਰਦਾਸ ਕਰਕੇ ਆ ਰਿਹਾ, ਮੈਨੂੰ ਬਲ ਦੇ ਦਿਓ। ਜਿਹੜੀ ਪਹਿਲੀ ਚੜ੍ਹਾਈ ਜੀ ਸੀ ਉਹ ਅਸੀਂ ਚੜ੍ਹਦੇ ਗਏ, ਜਦ ਮੈਂ ਉਹ ਅਗਲੀਆਂ ਪੌੜੀਆਂ 'ਤੇ ਪੈਰ ਰੱਖਿਆ, ਫਿਰ ਇੱਕਦਮ ਇੰਨਾ ਬਲ ਦੇਤਾ ਕਿ ਪੌੜੀਆਂ ਜਿਵੇਂ
कोई नौजवान चढ़दा टका टक करके पौड़ियाँ चढ़ गया। फिर मैं सिर्फ अपने ढिड 'ਚ ये गल रखी भी है, मैं ਸਿੰਘਾਂ ਨੂੰ ਇੰਨੀ ਗੱਲ भी है, कहने है जी जिथे तप किया वो थां भी दिखाओ, कमरे 'ਚ भी नमस्कार की। वेख लो बई 136 साल की उम्र 'ਚ शरीर छड्डना, और छोटी जी उम्र याद नहीं 26 साल शायद होवे उदों जदों महाराज जी गए ने उत्थे। उन्हां दे धन पिता जी जिन्हां दी इन्नी कुर्बानी, एक कटार या श्री साहब भी गुरां ने उत्थे बख्शिश की उन्हां दे परिवार दे विच। इस करके वो जिहड़ा बहुत उच्चा स्थान सी। मैं आख्या भी पुराना कोई पिंड, उत्थे चारे पासे जंगल है बस, कहते इत्थे एक नदी है जो पहलां चलदी हुंदी सी, हुण तां जंगल है। थां ते बड़ा एकांत है। लागे पिछले पासे एक पिंड सी, कहते इत्थे एक मुसलमानां दा पुराना पिंड है। मैं सिंह नूं कहा, मैं तुसीं कदे गए? कहते हाँ असीं जदों थल्ले उतरदे एक बार असीं गए देखण। कहने ज्ञानी जी तुसीं यकीन नहीं करना। मैं कहा मैं तां कर लूँगा, तुसीं गल दसो। कहते मुसलमान जिहड़े उत्थे दबे होए ने, एक मुसलमान की जिहड़ी कबर आ वो 11-11 फुट है लंबी। मैं कहा ये सुभावक गल है। ਜਿਹੜੇ ਗਿਲਜੇ ਸੀ, ਜਿਹੜੇ ਪਠਾਨ ਸੀ ਪਹਿਲਾਂ, ਪਠਾਨ ਤਾਂ ਸਾਡੇ ਨਾਲੋਂ ਵੀ ਹੁਣ ਵੀ ਉਹ ਉੱਚੇ ਨੇ। ਹੁਣ ਜਦ ਅਸੀਂ ਦੁਬਈ ਗਏ ਸੀ 1997-98 ਦੀ ਗੱਲ ਹੈ, ਮੈਂ ਕੋਲ ਖੜ੍ਹ ਕੇ ਦੇਖਾਂ ਵੀ ਉਹ ਤਾਂ ਤੱਕ ਕੱਦ ਆ ਵੀ ਇੰਨੇ ਨੇ। ਮੈਂ ਕਿਹਾ ਇੰਨੇ ਲੰਬੇ ਬੰਦੇ ਇਹ ਜਿਹੜੇ ਆ ਵੀ, ਕਹਿੰਦੇ ਇਹਨਾਂ ਦੀ ਖਾਦ ਖੁਰਾਕ ਅਸਲੀ ਆ ਸਾਰੀ, ਕੁਦਰਤ ਵੱਲੋਂ ਹੀ ਹੈ। ਇਹਨਾਂ ਦੇ ਕੱਦ ਲੰਬੇ ਬਹੁਤ ਆ ਸਾਰਿਆਂ ਦੇ। ਕਹਿੰਦੇ ਆਪਣੇ ਹੀ ਕੱਦ ਘਟਦੇ ਜਾਂਦੇ ਸਾਰਿਆਂ ਦੇ, ਚੀਨੀਆਂ ਵਰਗੇ ਹੋਈ ਜਾਂਦੇ ਨਿਆਣਿਆਂ ਦੇ ਕੱਦ। ਨਹੀਂ ਤਾਂ ਬਾਹਰਲੇ ਦੇਸ਼ਾਂ ਵਿੱਚ ਅਮਰੀਕਾ ਚਲੇ ਜਾਓ, ਕੈਨੇਡਾ ਚਲੇ ਜਾਓ, ਇਹਨਾਂ ਦੇਸ਼ਾਂ ਦੇ ਵਿੱਚ, ਆਸਟ੍ਰੇਲੀਆ, ਇਹਨਾਂ ਗੋਰਿਆਂ ਦੇ ਵੀ ਕੱਦ ਬਹੁਤ ਲੰਬੇ ਆ। ਤੇ ਇਸ ਕਰਕੇ ਉਹ ਗੱਲ ਚੱਲੀ ਉਚਾਈ ਦੀ। ਮੈਂ ਕਿਹਾ ਸਾਡੇ ਤਾਂ ਮੰਨਣ ਚਾਹੁੰਦੇ ਵੀ 11-11 ਫੁੱਟ ਪਹਿਲਾਂ ਕੱਦ ਹੁੰਦੇ ਸੀਗੇ ਜੀਵਾਂ ਦੇ। ਤਾਂ ਮਹਾਰਾਜ सच्चे पातशाह के उदाहरण दिंदे चलो बीबी मुमताज जी का बचन याद आ गया, सामने आ गया। मैं उन्होंने कमाई नूं धन मन्निया कि तुसीं इन्ने साल, साध संगत जी अजकल तक यह जिहा मौका, बीबी निहाल कौर सिंह, निहाल कौर उन्होंने पति जिहड़े होए ने भाई जीवन सिंह शायद नाम सी, इधर सरहाली दे कोले पिंड हैगा सी, हुण भी साल दे साल उत्थे कथा करके आउणे आ। शाम सिंह जी अटारी वालियां दे नाल ओह हुंदे सी, उन्हां दा विआह होया मान लो अज ही। ते उधरों शाम सिंह अटारी दी चिट्ठी आ गई भी जंग है ते तुसीं सारे आ जाओ। वो उन्हां नूं इस तरह ही छड्ड के बीबी जी नूं कहने मैं आउणा जंग हो के, इन्ना कह के चले गए। उत्थे जाके शहीद हो गए सी। धन बीबी निहाल कौर जी ने, मैं पुराणियां ਦੀਆਂ ਗੱਲਾਂ ਦੱਸਦਾ ਵੀ ਆਪਾਂ ਕੀ ਸੋਚਦੇ ਹਾਂ ਕਿ ਆਪਾਂ ਕਿੱਥੇ ਕੁ ਤੱਕ ਪਹੁੰਚਾਂਗੇ, ਕਿੰਨੀ ਕੁ ਅਵਸਥਾ ਬਣੇਗੀ। ਜਾਤ ਪਹਾਰਾ, ਧੀਰਜ ਸੁਨਿਆਰ, ਅਹਰਣ ਮੱਤ, ਵੇਦ ਹਥਿਆਰ। ਉਹ ਜਦੋਂ ਚਲੇ ਗਏ ਸਿੰਘ, ਬੀਬੀ ਨੇ ਅੰਦਰੋਂ ਦਰਵਾਜ਼ਾ ਲਾ ਲਿਆ, ਕਹਿੰਦੇ ਬਸ ਪ੍ਰਸ਼ਾਦਾ ਮੈਨੂੰ ਇੱਕ ਟਾਈਮ ਦੇਣਾ, ਮੈਨੂੰ ਕੋਈ ਅਫਸੋਸ ਨਹੀਂ, ਮੇਰਾ ਸਿੰਘ ਸ਼ਹੀਦ ਹੋ ਗਿਆ। ਤਾਂ ਉਸ ਵਕਤ ਸਾਧ ਸੰਗਤ ਜੀ ਰਾਤ ਨੂੰ 2 ਵਜੇ ਬਸ ਕਿਰਿਆ ਕਰਨ ਵਾਸਤੇ ਨਿਕਲਣਾ, ਇੱਕ ਟਾਈਮ ਇੱਕ ਪ੍ਰਸ਼ਾਦਾ ਛਕਣਾ। ਪੂਰੀ ਜ਼ਿੰਦਗੀ ਜੱਤ ਸੱਤ ਦੇ ਵਿੱਚ ਉਹਨਾਂ ਨੇ ਬਤੀਤ ਕੀਤੀ ਤੇ ਸਰੀਰ ਛੱਡ ਗਏ। ਐਸੇ ਜੀਵਨ ਵਾਲੇ ਜਿਹੜੇ ਲੋਕ ਨੇ, ਬੀਬੀ ਮੁਮਤਾਜ਼ ਜੀ ਵਰਗੇ, ਜਿਨ੍ਹਾਂ ਨੇ ਇੱਕ ਪਰਨ ਕਰ ਲਿਆ ਵੀ ਹੁਣ ਸ਼ਾਦੀ ਨਹੀਂ ਕਰਨੀ। महाराज जी ने यही जी कृपा की, उन्होंने उत्ते बहुत बख्शिश हुई है। क्यों ये सारिया शरधा भावनावां दीयां गल्लां हुंदियां, भावना दे विच उन्हां ते कृपा हुई। तो मेरी ये बेनती संगतां नूं भी जिहड़ी निमरता है, निमरता उदों ही सीखी जाती है जदों किसी निमरता वाले नूं मिलीए। गुरसिखां की हर धूड़ दे रागी सिंघां ने भी शब्द पढ़िया, पढ़ रहे सी, हों आया दूरों चल के मैं तक्की तो सरनाए जीओ। दूरों कित्थों आया? बरनाले तो, पटियाले तो, चल अमरीका तो, कोई इंग्लैंड तो आ गया। दूरों कित्थों का आया? कहना नहीं वो दूर नहीं है,
ਇਹ ਦੂਰ ਹੈਗਾ 84 ਦੇ ਗੇੜੇ 'ਚੋਂ ਘੁੰਮਦਾ ਘੁੰਮਦਾ ਘੁੰਮਦਾ। ਆਹ ਜਿਹੜੇ ਮੱਛਰ ਜੇ ਫਿਰਦੇ ਨੇ ਇਹ ਵੀ ਜੂਨਾ ਹੀ ਨੇ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ, ਹਾਥੀ ਨੂੰ ਕਹਿੰਦੇ ਮੀਨ ਮੱਛੀ, ਕੁਰੰਗਾ ਹਿਰਨ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਪੰਛੀ ਬਣਿਆ ਕਦੇ ਸੱਪ ਬਣਿਆ, ਕਈ ਜਨਮ ਹੈ ਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਗ ਕਾਲੇ ਦੇ ਸੰਜਰੀਆ। ਘੋੜੇ ਬਣੇ ਹਾਥੀ ਬਣੇ। ਜਦੋਂ 10ਵੇਂ ਪਾਤਸ਼ਾਹ ਨੇ ਭਾਈ ਅੰਮ੍ਰਿਤ ਛਕਾਇਆ, ਦਿਆਲ ਦਾਸ ਨੂੰ ਭਾਈ ਦਿਆਲ ਸਿੰਘ ਬਣਾਇਆ ਆਪਣੇ ਇਸੇ ਇਲਾਕੇ 'ਚੋਂ ਸਨ। ਉਹ ਤਾਂ ਮਹਾਰਾਜ ਦੇ ਸਾਹਮਣੇ ਆ ਕੇ ਜਦ ਬੈਠੇ, ਗੋਡਿਆਂ 'ਚ ਸਿਰ ਜਿਹਾ ਦੇ ਕੇ ਜਿਵੇਂ ਬੰਦਾ ਅਫਸੋਸਿਆ ਜਿਹਾ ਬੈਠਾ ਹੁੰਦਾ, ਕਹਿੰਦੇ ਭਾਈ ਦਿਆਲ ਸਿਆਂ ਅੰਮ੍ਰਿਤ ਛਕ ਕੇ ਤਾਂ ਲੋਕ ਚੜ੍ਹਦੀ ਕਲਾ 'ਚ ਹੁੰਦੇ, ਤੂੰ ਭਾਈ ਗੋਡਿਆਂ ਸਿਰ ਦੇ ਕੇ ਬੈਠਾ, ਕੀ ਅਫਸੋਸ ਲੱਗਿਆ ਤੈਨੂੰ? ਕਹਿੰਦੇ ਮਹਾਰਾਜ ਕਦੇ ਐਂ ਸੁਪਨੇ ਨਹੀਂ ਆਏ ਮਾੜੇ। ਆ ਕੱਲ੍ਹ ਹੀ ਅੰਮ੍ਰਿਤ ਛਕਿਆ, ਰਾਤ ਭਰ ਸਾਰੀ ਰਾਤ ਮੈਂ ਕਦੇ ਮਰ ਕੇ ਸੱਪ ਬਣਿਆ ਮਰ ਗਿਆ, ਕਦੇ ਮਰ ਕੇ ਕੁੱਤਾ ਬਣਿਆ ਮਰ ਗਿਆ, ਕਦੇ ਬਿੱਲਾ ਬਣਿਆ ਮਰ ਗਿਆ। ਸਾਰੀ ਰਾਤ ਹੀ ਮੈਂ ਜੰਮਣ ਮਰਨ ਦੇ ਗੇੜ 'ਚ ਪਿਆ ਰਿਹਾ। ਕਲਗੀਧਰ ਮਹਾਰਾਜ ਜੀ ਕਹਿਣ ਲੱਗੇ ਵੀ 150 ਜਨਮ ਹਲੇ ਬਾਕੀ ਸੀ ਤੇਰਾ ਹੋਰ। ਜਦ ਤੂੰ ਅੰਮ੍ਰਿਤ ਛਕ ਲਿਆ, ਗੁਰੂ ਘਰ ਦੇ ਵਿੱਚ ਜਨਮ ਲੈ ਲਿਆ, ਸਤਿਗੁਰ ਕਾ ਜਨਮੇ ਗਵਨ ਮਿਟਾਇਆ। ਜਿਹੜਾ ਸਤਿਗੁਰ ਦੇ ਘਰੇ ਜਨਮ ਲੈ ਲੈਂਦਾ, ਹੁਣ ਆਪਾਂ ਕਈਆਂ ਲਿਆ ਹੀ ਨਹੀਂ ਹੋਇਆ। ਸੋ ਇਸ ਕਰਕੇ ਸਿੱਖ ਗੁਰੂ ਕਾ ਹੋਏ ਗਇਓ, ਜਪਜੀ ਕੰਠ ਨਾ ਕੀਨ। ਜਪਜੀ ਸਾਹਿਬ ਵੀ ਕੰਠ ਨਹੀਂ ਹੈਗਾ। ਹਰ ਸਾਲ ਹੀ ਮੈਂ ਆਉਣਾ, ਹਰ ਸਾਲ ਬਹੁਤ ਸਾਰੇ ਥਾਵਾਂ 'ਤੇ ਜਾਂਦਾ, ਮੈਂ ਸਾਰੇ ਇੱਦਾਂ ਹੀ ਬੈਠੇ ਹੁੰਦੇ ਆ ਵੀ ਕੋਈ ਅਵਸਥਾ ਦੀ ਇਹੋ ਜਿਹੀ ਕੋਈ ਗੱਲ ਨਹੀਂ ਹੈ ਵੀ ਬੰਦਗੀ ਕਰਕੇ ਮਨ ਨੂੰ। ਅਵਸਥਾ ਕੀ ਹੁੰਦੀ? ਮਨ ਦੀ ਅਵਸਥਾ ਹੁੰਦੀ, ਮਾਨਸਿਕ ਟਿਕਾਉਣਾ ਮਨ ਨੂੰ। ਕਹਿੰਦੇ ਮਹਾਰਾਜ ਕਈ ਜੂਨਾਂ 'ਚ ਘੁੰਮਿਆ, ਕਹਿੰਦੇ ਕੱਟ ਦਿੱਤੀਆਂ ਸੁਪਨੇ ਵਿੱਚ, 150 ਜਨਮ ਕੱਟਿਆ ਤੇਰਾ। ਮੂਲੇ ਖੱਤਰੀ ਨੇ ਜਦ ਜਵਾਬ ਦੇਤਾ, ਸਤਿਗੁਰੂ ਜੀ ਕਹਿੰਦੇ ਆ ਜਾ ਭਾਈ ਇੱਕ ਗੱਲ ਕਰਨੀ ਹੈ, ਫਿਰ ਜਾਣਾ। ਘਰ ਵਾਲੀ ਕਹਿੰਦੀ ਉਹ ਘਰ ਨਹੀਂ ਹੈ। ਦੁਬਾਰਾ ਕਹਿੰਦੇ ਨਹੀਂ ਅਸੀਂ ਤਾਂ ਭਾਈ ਗੱਲ ਹੀ ਕਰਨੀ ਹੈ, ਨਾਲ ਨਹੀਂ ਲੈ ਕੇ ਜਾਂਦੇ। ਤੀਜੀ ਵਾਰ ਵੀ ਜਵਾਬ ਦੇਤਾ, ਕਹਿੰਦੇ ਚੰਗਾ ਜੇ ਹੈ ਨਹੀਂ ਤਾਂ ਫਿਰ ਹੈ ਹੀ ਨਹੀਂ। ਫਿਰ ਉਹ ਗੀਰੇ 'ਚੋਂ ਹੀ ਸੱਪ ਲੜ ਗਿਆ। ਜਦ ਮਹਾਰਾਜ ਜੀ ਕਿਸੇ ਥੜੇ 'ਤੇ ਜਾ ਕੇ ਦਰਖਤ ਥੱਲੇ ਬੈਠੇ ਸੀ ਤਾਂ ਉੱਥੇ ਜਾ ਕੇ ਫਿਰ ਮੰਜੀ 'ਤੇ ਪਾ ਕੇ ਲੈ ਗਏ। ਮਹਾਰਾਜ ਜੀ ਤੁਹਾਡਾ ਹੀ ਹੈ, ਤੁਹਾਡਾ ਸਿੱਖ ਹੈ, ਬਖਸ਼ ਲਓ। ਮਹਾਰਾਜ ਕਹਿੰਦੇ ਸਾਡਾ ਸੀ ਤਾਂ ਹੀ ਗਏ ਸੀ ਬਈ ਕਿਤੇ ਸੱਪ ਨਾ ਲੜ ਜੇ। ਇਹਨੂੰ ਸਾਨੂੰ ਪਤਾ ਸੀ ਇਹਨੂੰ ਸੱਪ ਲੜ ਜਾਣਾ। ਕਿਉਂ? ਗੁਰੂ ਦਾ ਇੱਕ ਵਾਰ ਬਚਨ ਪਲਟਾਤਾ ਨਾ, ਇਹ ਪਤਾ ਨਹੀਂ ਕਿੱਧਰ ਨੂੰ ਗੱਲ ਜਾਂਦੀ। ਭਾਈ ਮਰਦਾਨਾ ਜੀ ਨਾਲ ਹੀ ਸੀ, ਭਾਈ ਬਾਲਾ ਜੀ ਵੀ, ਬਾਬਾ ਜੀ ਅਜੀਤ ਸਿੰਘ ਹੰਸਾਲੀ ਵਾਲੇ ਕਹਿੰਦੇ ਠਾਕਰ ਸਿਆਂ ਇਹ ਲੋਕ ਸਮਝਦੇ ਆ ਜਿਹੜੇ ਕਹਿੰਦੇ ਭਾਈ ਬਾਲਾ ਜੀ ਨਾਲ ਹੀ। ਕਹਿੰਦੇ ਗੁਰੂ ਨਾਨਕ ਦੇਵ ਜੀ ਜਦੋਂ ਵੀ ਚੱਲੇ ਆ 25 50 100 150 ਸਾਧੂ ਉਹਨਾਂ ਦੇ ਨਾਲ ਹੁੰਦਾ ਸੀ ਹਮੇਸ਼ਾ। ਕਹਿੰਦੇ ਪੂਰਾ ਜਥਾ ਹੀ ਹੁੰਦਾ ਸੀ ਸਾਰਾ। ਉਹ ਮੈਂ ਜਦੋਂ ਸਪੇਨ ਜਾ ਕੇ ਉਹਨਾਂ ਦਾ ਥਾਂ ਲੱਭਿਆ ਸੀ ਤਾਂ ਉਹਨਾਂ ਨੇ ਉੱਥੇ ਦੱਸਿਆ ਸੀ ਕਿ 15 ਸਾਧੂਆਂ ਦੇ ਨਾਲ ਮਹਾਰਾਜ ਇੱਥੇ ਆਏ ਸੀ। ਹੁਣ ਕਿਤੇ ਹੁਣ ਬਾਬਾ ਨੰਦ ਸਿੰਘ ਜੀ ਜੋ ਜਾਂਦੇ ਸੀ ਕਿ ਵੀ ਇਕੱਲੇ ਜਾਂਦੇ ਸੀ ਕਿਤੇ? ਆਪਾਂ ਊਂ ਹੀ ਦੇਖ ਲਓ ਅੱਜ ਕੱਲ੍ਹ ਕੋਈ ਸੰਤ ਮਹਾਤਮਾ ਜਾਂਦਾ ਗੱਡੀ 'ਚ, ਤਕੜੇ ਜਿਹੜੇ ਵੱਡੇ ਸੰਤ ਉਹ 2-4 ਗੱਡੀਆਂ ਜਾਂਦੀਆਂ, ਨਾਲ ਚੱਲੇ ਸਭ ਕੋਏ, ਸਾਰੇ ਨਾਲ ਤੁਰਦੇ ਨੇ ਵੀ 50 ਜਾਣੇ ਨਾਲ ਆਏ। ਟਕਸਾਲ ਵਿੱਚ ਸਾਡੇ ਨਾਲ 500 ਸਿੰਘ ਹੁੰਦਾ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਭਾਵਕ ਬਚਨ ਕੀਤਾ, ਬਚਨ ਮੋੜਤਾ ਇਹਨੇ। ਕਹਿੰਦੇ ਹੁਣ 10ਵੇਂ ਜਾਮੇ ਵਿੱਚ ਜਾ ਕੇ ਬਖਸ਼ਾਂਗੇ। ਔਰ ਆਪਾਂ ਨੂੰ ਪਤਾ ਹੈ ਕਿ ਖਰਗੋਸ਼ ਬਣਿਆ ਹੋਇਆ ਸੀ ਜਿਹਨੂੰ ਸਿਹਾ ਕਹਿੰਦੇ ਆ, ਤੀਰ ਮਾਰ ਕੇ ਸ਼ਿਕਾਰ ਘਾਟ ਉਹਦਾ ਕਲਿਆਣ ਕੀਤਾ। ਹੁਣ ਸਿੰਘ ਕਹਿਣ ਲੱਗੇ ਭਾਈ ਦਇਆ ਸੁਣੀ ਮਹਾਰਾਜ ਆਪ ਅੱਜ ਇਹ ਏਡੇ ਏਡੇ ਸ਼ੇਰ ਸੂਰ ਸਭ ਮਾਰਦੇ ਮਾਰਦੇ ਨਿੱਕੀ ਜੀ ਜਾਨਵਰੀ ਜੀ ਐਵੇਂ ਕੀ ਹੈ ਮੱਛਰ ਜਾ। ਮਹਾਰਾਜ ਕਹਿੰਦੇ ਕੋਈ ਨਹੀਂ, ਇੱਕ ਸਾਹਮਣੇ ਹੀ ਆ ਜਾਂਦਾ। ਆਤਮਾ ਨਿਕਲ ਕੇ ਖੜੀ ਹੋ ਗਈ। ਸਤਿਗੁਰੂ ਕਹਿੰਦੇ ਦੱਸ ਤੂੰ ਕੌਣ ਹੈ? ਕਹਿੰਦੇ ਮੈਂ ਮੂਲਾ ਖੱਤਰੀ ਹਾਂ। ਪਹਿਲੇ ਜਨਮ ਦੇ ਵਿੱਚ ਵਿਛੋੜਾ ਹੋ ਗਿਆ ਸੱਚੇ ਪਾਤਸ਼ਾਹ ਨਾਲ,
ਐਂ ਕਰਕੇ ਮੇਥੋਂ ਗਲਤੀ ਹੋਈ ਸੀ। ਮੈਂ ਕਿਹਾ ਧੰਨ ਹੈ ਫਿਰ ਵੀ ਤੂੰ ਬਖਸ਼ਿਆ ਗਿਆ। ਆਹ ਸਾਡੇ ਭਾਈ ਕਿੱਧਰ ਨੂੰ ਜਾਣੇ ਆ ਜਿਹੜੇ ਬੇਅਮਰਤੀ ਚੜ੍ਹਾਈ ਕਰ ਜਾਣੇ ਆ। ਸ਼ੁਕਰ ਆ ਅੰਮ੍ਰਿਤ ਛਕਣ ਨਾਲ 150 ਜਨਮ ਕੱਟਿਆ ਗਿਆ। ਸੋ ਸੰਤ ਬਾਬਾ ਹਰੀ ਸਿੰਘ ਜੀ ਡਰਾਈਵਰ ਜਿਹੜੇ ਮਹਾਂਪੁਰਖਾਂ ਨਾਲ ਰਹੇ ਨੇ, ਉਹ ਤਾਂ ਨੈੱਟ 'ਤੇ ਬਹੁਤ ਪਹਿਲਾਂ ਤੋਂ ਹੀ ਪਾਇਆ ਹੋਇਆ ਸਾਰਾ ਕੁਝ। ਜੇ ਮੈਂ ਸਾਖੀ ਸੁਣਾ ਦਿਆਂ ਫਿਰ ਉਹ ਹੋਰ ਤਰ੍ਹਾਂ ਬਣ ਜਾਂਦੀ ਹੈ। ਇਹਨੇ ਸੁਣਾਈ ਆ ਉਹ। ਕਿਉਂ ਮੈਂ ਟਕਸਾਲ ਆ ਨਾ, ਟਕਸਾਲ ਦਾ ਸਿੰਘ ਹੋਣ ਕਰਕੇ ਮੇਰੀ ਹਰ ਗੱਲ ਹੀ ਚੁੱਭ ਜਾਂਦੀ, ਸਾਰਿਆਂ ਨੂੰ ਚੁੱਭ ਜਾਂਦੀ ਹੈ। ਜੇ ਮੈਂ ਟਕਸਾਲ ਦਾ ਨਾ ਹੁੰਦਾ ਫਿਰ ਹਰੇਕ ਗੱਲ ਮਿੱਠੀ ਲੱਗਣੀ ਸੀ। ਆ ਜਿਹੜੇ ਵਿਰੋਧੀ ਜੇ ਫਿਰਦੇ ਆ, ਉਹਨਾਂ ਦਾ ਟਕਰਾਅ ਟਕਸਾਲ ਨਾਲ ਹੈ, ਮੇਰੇ ਨਾਲ ਤਾਂ ਕੋਈ ਟਕਰਾਅ ਨਹੀਂ ਹੈ। ਟਕਸਾਲ ਕਿਉਂ ਉੱਪਰ ਉੱਠਦੀ? ਸੰਪਰਦਾ ਨੂੰ ਖਤਮ ਕਰੋ ਇਹਨੂੰ। ਮੈਂ ਉਹਦੀ ਗੱਲ ਕਰਦਾ। ਬਾਬਾ ਹਰੀ ਸਿੰਘ ਜੀ ਨੇ ਬਚਨ ਸਲਾਹ ਕਰੇ। ਮੈਂ ਪਹਿਲੀ ਵਾਰ ਬਾਬਾ ਜੀ ਦੇ ਚਰਨਾਂ 'ਚ ਗੱਡੀ ਲੈ ਕੇ ਪਹੁੰਚਿਆ। ਕਹਿੰਦੇ ਸੇਵਾ 'ਚ ਖੈਰ ਪ੍ਰਵਾਨ ਕਰ ਲਿਆ। ਉਹਨਾਂ ਤੋਂ ਹੀ ਸੁਣੋ, ਨੈੱਟ 'ਤੇ ਉਹਨਾਂ ਦਾ ਹੀ ਪਾਇਆ ਹੋਇਆ। ਬਹੁਤ ਆਨੰਦਮਈ ਆ ਉਹ, ਵੈਸੇ ਬੜੀ ਵਧੀਆ ਹੈ। ਕਿ ਮੈਂ ਵੀ ਸੰਤਾਂ ਨਾਲ ਰਿਹਾ ਕਰਕੇ ਮੈਨੂੰ ਵੀ ਉਹਨਾਂ ਨਾਲ ਬੜਾ ਲਗਾਓ ਹੋ ਗਿਆ ਵੀ ਇਹ ਵੀ ਕਿਸੇ ਮਹਾਂਪੁਰਖ ਦੇ ਗੜਵਈ ਵੱਡਿਆਂ ਦੇ ਰਹੇ ਨੇ। ਬਾਬਾ ਨਾਨਕ ਸਿੰਘ ਦੇ ਦਰਸ਼ਨ ਕੋਈ ਛੋਟੀ ਜਿਹੀ ਗੱਲ ਨਹੀਂ ਸੀ। ਸਾਧ ਸੰਗਤ ਜੋ ਮਰਜ਼ੀ ਕੋਈ ਕਹੀ ਜਾਵੇ। ਅੱਜ ਬਾਬਾ ਨਾਨਕ ਸਿੰਘ ਜੀ ਸੱਚਖੰਡ ਦੇ ਵਿੱਚ ਨੇ, ਬਿਰਾਜਮਾਨ ਨੇ। ਉੱਥੇ ਸਾਰੇ ਮਹਾਂਪੁਰਖ ਉੱਥੇ ਹੀ ਨੇ, ਹਾਜ਼ਰ ਨੇ। ਕਹਿਣ ਵਾਲੇ ਤਾਂ ਬਸ ਮੈਲ ਧੋਣ ਵਾਲੇ ਹੀ ਨੇ, ਮੈਲ ਧੋਈ ਜਾਂਦੇ ਨੇ। ਤੋ ਇਸ ਕਰਕੇ ਸਾਧ ਸੰਗਤ ਬਾਬਾ ਜੀ ਕਹਿਣ ਲੱਗੇ, ਮੈਂ ਸੇਵਾ ਕਰਨ ਲੱਗ ਪਿਆ ਹੌਲੀ ਹੌਲੀ। ਆ ਲਿਆ ਵੀ ਚਮਚਾ ਲਿਆ ਉੱਥੋਂ, ਤੋਂ ਆ ਥਾਲੀ ਚੱਕ ਲਿਆ, ਹੱਥ ਧਵਾ। ਹੁਣ ਹੌਲੀ ਹੌਲੀ ਸੇਵਾਦਾਰ ਵੱਧਦਾ ਜਾਂਦਾ ਅੱਗੇ ਅੱਗੇ। ਚੱਲ ਅੱਜ ਕਿਤੇ ਗਏ ਨੇ, ਬਾਬਾ ਈਸ਼ਰ ਸਿੰਘ ਤੂੰ ਰੋਟੀ ਖਵਾ ਦੇ, ਅੱਜ ਪ੍ਰਸ਼ਾਦਾ ਛਕਾ, ਜਾਂ ਆਹ ਸੇਵਾ ਕਰ। ਬਾਬਾ ਜੀ ਨੇ ਇੱਕ ਆਵਾਜ਼ ਮਾਰੀ, ਜਿਵੇਂ ਉਹਨਾਂ ਨੇ ਸੁਣਾਇਆ ਮੈਂ ਉਵੇਂ ਕਹਿਣਾ। ਵੈਸੇ ਮੈਂ ਹਿੰਮਤ ਨਹੀਂ ਵੀ ਮੈਂ ਕਹਿ ਦਿਆਂ। ਕਹਿੰਦੇ ਈਸ਼ਰ ਉਰਿਆ, ਆ ਜਿਹੜਾ ਨਵਾਂ ਆਇਆ ਹਰੀ, ਇਹ ਨਾ ਅੰਮ੍ਰਿਤ ਛਕਿਆ? ਕਹਿੰਦੇ ਮਹਾਰਾਜ ਨੇ ਅੰਮ੍ਰਿਤ ਤਾਂ ਨਹੀਂ ਛਕਿਆ ਹਾਲੇ। ਕਹਿੰਦੇ ਤੈਨੂੰ ਭਾਈ ਚੰਗਾ ਭਲਾ ਪਤਾ ਵੀ ਮੈਂ ਬੇਅਮਰਤੀ ਦੇ ਹੱਥੋਂ ਨਹੀਂ ਖਾਂਦਾ। ਮੈਂ ਭਾਈ ਜਿਹੜੇ ਕੁੱਤੇ ਦੇ ਗਲ ਪਟਾ ਨਾ ਪਾਇਆ ਹੋਵੇ ਉਹ ਮਾਲਕ ਦਾ ਨਹੀਂ ਖਾਉਂਦਾ। ਇਹ ਕਦੇ ਸੁਣ ਕੇ ਦੇਖਿਓ ਉਹਨਾਂ ਦੀਆਂ ਗੱਲਾਂ, ਬਚਨ ਉਹਨਾਂ ਦੇ ਪੁਰਾਣੇ। ਮੈਂ ਅਮਰੀਕਾ ਸੁਣੇ ਸੀਗੇ, ਤਾਂ ਉੱਥੇ ਮੇਰੇ ਕੋਲ ਟਾਈਮ ਸੀ ਬਹੁਤ। ਮੈਂ ਬਹਿ ਕੇ ਸਾਰੇ ਸੁਣੇ ਔਰ ਅੱਖਾਂ 'ਚੋਂ ਜਲ ਆ ਜਾਂਦਾ ਸਾਧ ਸੰਗਤ ਸੁਣ ਸੁਣ ਕੇ ਉਹ ਬਚਨ। ਕਿਉਂਕਿ ਮੇਰਿਆਂ ਵੱਡਿਆਂ ਦਾ ਜਿਹੜਾ ਬਾਬਾ ਨਾਨਕ ਸਿੰਘ ਜੀ ਨਾਲ ਹੀ ਪਿਆਰ, ਮੇਰੇ ਦਾਦਾ ਜੀ ਦੇ ਮਾਮਾ ਜੀ ਉੱਥੇ ਰਾਗੀ ਸਿੰਘ ਰਹੇ ਸੂਰਮੇ, ਭਾਈ ਸਰਵਣ ਸਿੰਘ ਹੋਣੀ ਸੂਰਮੇ ਸਿੰਘ ਸੀਗੇ ਉਹ। ਮੈਂ ਕਈ ਵਾਰ ਉਹ ਚੀਜ਼ ਸੁਣਾਈ, ਪਰ ਉਹ ਗੱਲ ਨੂੰ ਮਖੌਲ ਵਿੱਚ ਹੀ ਸਾਰੇ ਪਾ ਲੈਂਦੇ ਨੇ। ਅੱਜ ਉਸ ਕੁਲ ਦੇ ਵਿੱਚ ਸਿਰਫ ਮੇਰੇ ਚਾਚਾ ਜੀ ਜਿਉਂਦੇ ਆ ਬਸ, ਬਾਕੀ ਤਾਂ ਸਾਰੇ ਸਰੀਰ ਛੱਡ ਕੇ ਜਿਹੜੇ ਉਹਨਾਂ ਦੇ ਬਚਨਾਂ ਨਾਲ ਹੋਏ ਸੀ। ਹੁਣ ਉਹ ਇਕੱਲੇ ਬੈਠੇ ਆ। ਕਈ ਵਾਰ ਸੋਚਦਾ ਉਹਨਾਂ ਤੋਂ ਸਾਰੀ ਗੱਲ ਸੁਣਾ, ਵੀਡੀਓ ਬਣਾ ਲਾ ਉਹਨਾਂ ਦੀ। ਉਹ ਚਲੇ ਗਏ ਬਾਅਦ 'ਚ, ਕੋਈ ਸਬੂਤ ਹੀ ਨਹੀਂ ਰਹਿਣਾ ਸਾਡੇ ਕੋਲ। ਇਸ ਕਰਕੇ ਸਾਧ ਸੰਗਤ ਕਹਿੰਦੇ ਜਦ ਭਾਈ ਅੰਮ੍ਰਿਤ ਨਹੀਂ ਛਕਿਆ ਤੂੰ ਮੇਰੀ ਸੇਵਾ 'ਚ ਇਹਨੂੰ ਲਾਇਆ ਕਿਉਂ? ਨਿਗੁਰੇ ਦੇ ਹੱਥੋਂ ਮੈਨੂੰ ਰੋਟੀ ਖਵਾਉਂਦੇ ਹੋ। ਗੱਲ ਸੁਣ ਲਓ, ਇਹ ਗੱਲ ਹੈ ਕਿੰਨੇ ਕੰਮ ਦੀ। ਸਤਿਗੁਰੂ ਮਹਾਰਾਜ ਕਹਿੰਦੇ ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨੌ ਬੁਰਾ। ਜਦ ਗੁਰੂ ਅਮਰਦਾਸ ਜੀ ਕੋਲ ਇਹ ਜਦੋਂ ਸਤਿਗੁਰੂ ਦੀ ਅਖੀਰਲੀ ਵਾਰ ਗਏ ਨੇ ਗੰਗਾ ਯਾਤਰਾ 'ਤੇ, ਪੰਡਿਤ ਮੋਹਨ ਆਇਆ ਸੀ ਨਾਲ। ਉਦੋਂ ਪ੍ਰਸ਼ਾਦਾ ਛਕਦਿਆਂ ਛਕਦਿਆਂ ਇੱਕ ਥਾਲੀ 'ਚ ਉਹ ਛਕ ਰਹੇ, ਇੱਕ 'ਚ ਉਹ ਕਹਿੰਦੇ ਮੈਨੂੰ ਤੁਹਾਡੇ ਬਚਨ ਬਹੁਤ ਅੱਛੇ ਲੱਗਦੇ, ਤੁਹਾਡਾ ਜੀਵਨ ਬਹੁਤ ਉੱਚਾ ਹੈ, ਤੁਹਾਡੀ ਬੜੀ ਸ਼ਰਧਾ ਭਾਵਨਾ ਹੈ। ਇਹ ਇੱਕ ਗੱਲ ਦੱਸੋ, ਤੁਹਾਡਾ ਗੁਰੂ ਕੌਣ ਹੈ? 72 ਸਾਲ ਦੀ ਉਮਰ ਸੀ। ਗੁਰੂ ਸਾਹਿਬ ਕਹਿਣ ਲੱਗੇ ਗੁਰੂ ਤਾਂ ਜੀ ਹਲੇ ਧਾਰਨ ਹੈ, ਮੈਂ ਲੱਭਦਾ ਫਿਰਦਾ ਗੁਰੂ। ਪੰਡਿਤ ਮੋਹਨ ਨੇ ਇੱਥੇ ਬੁਰਕੀ ਲਿਜਾਂਦਿਆਂ ਹੀ ਇੱਥੇ ਰੱਖਤੀ। ਕਹਿੰਦਾ ਓਹੋ ਜਨਮ ਬੇਅਰਥ ਹੋ ਗਿਆ। ਮੈਂ ਹੁਣ ਤੱਕ ਨਗੁਰੇ ਦੇ ਨਾਲ ਹੀ ਤੁਰਿਆ ਫਿਰਦਾ ਰਿਹਾ, ਨਗੁਰੇ ਦੇ ਘਰੋਂ ਰੋਟੀ ਖਾਧੀ, ਮੈਂ ਉੱਥੇ ਹੀ ਛੱਡ ਕੇ ਬਾਹਰ ਨੂੰ ਦੌੜ ਲਿਆ ਪੰਡਿਤ ਮੋਹਨ। ਮਹਾਰਾਜ ਪਿੱਛੇ ਆਏ, ਕਹਿੰਦੇ ਗੱਲ ਤਾਂ ਸੁਣ ਲਓ, ਗੱਲ ਤਾਂ ਸੁਣ ਲਓ। ਕਹਿੰਦੇ ਨਾ ਮੈਂ ਨਹੀਂ ਗੱਲ ਸੁਣਦਾ, ਇਹ ਫੋਟੋ ਵੀ ਬਣੀ ਹੋਈ ਹੈ।
ਉਹ ਐਂ ਹੱਥ ਕਰਦਾ, ਮਹਾਰਾਜ ਐਂ ਕਰਦੇ ਨੇ ਵੀ ਗੱਲ ਸੁਣ ਕੇ ਜਾਓ। ਸੋ ਸਾਧ ਸੰਗਤ ਜਿਹੜਾ ਨਗੁਰਾ ਬੰਦਾ ਹੈ, ਜੇ ਪਿਛਲਾ ਵੀ ਇਤਿਹਾਸ ਲੈਂਦੇ ਆ, ਉਹਨੂੰ ਲੋਕ ਮਿਥਿਹਾਸ ਵੀ ਕਹਿ ਦਿੰਦੇ। ਨਾਰਦ ਮੁਨੀ ਜੀ ਜਦੋਂ ਵੀ ਵਿਸ਼ਨੂੰ ਨੂੰ ਮਿਲਣ ਜਾਂਦੇ ਨੇ, ਰਸਤੇ ਵਿੱਚ ਇੱਕ ਘੁਮਿਆਰ ਆ 25-30 ਖੋਤਿਆਂ ਦੇ ਉੱਤੇ ਮਿੱਟੀ ਲੱਦੀ ਹੋਈ ਆ, ਕਹਿੰਦੇ ਉਹ ਲਈ ਜਾਂਦਾ ਤੇ ਇੱਕ ਦਿਖਾਉਣਾ ਹੁੰਦਾ ਕੌਤਕ। ਉਹ ਕਹਿੰਦੇ ਤੂੰ ਜਦੋਂ ਮੈਂ ਉਹਨਾਂ ਮਿੱਟੀ ਲਈ ਜਾਂਦਾ ਹੁੰਦਾ, ਕਹਿੰਦੇ ਪਤਾ ਨਹੀਂ ਉਹ ਇੱਕ ਨਗੁਰਾ ਹੈ ਨਾਰਦ ਕਰਕੇ, ਉਹਨੂੰ ਪਤਾ ਨਹੀਂ ਸੀ ਵੀ ਨਾਰਦ ਇਹੀ ਹੈ। ਕਹਿੰਦੇ ਉਹ ਨਗੁਰਾ ਹੈ, ਕਹਿੰਦੇ ਉਹ ਜਦੋਂ ਉੱਥੇ ਵਿਸ਼ਨੂੰ ਜੀ ਕੋਲ ਬਹਿੰਦਾ ਨਾ, ਵਿਸ਼ਨੂੰ ਜੀ ਕਹਿੰਦੇ 1.25 ਫੁੱਟ ਮਿੱਟੀ ਪੱਟ ਦੇ ਇੱਥੋਂ। ਕਹਿੰਦੇ ਕਿਉਂ ਜੀ? ਕਹਿੰਦੇ ਨਗੁਰਾ ਬਹਿ ਕੇ ਗਿਆ ਉਰੇ। ਕਹਿੰਦੇ ਗੁਰੂ ਨਹੀਂ ਧਾਰਨ ਕੀਤਾ, ਬੜਾ ਅਫਸੋਸ ਹੋਇਆ। ਕਹਿੰਦੇ ਮੈਨੂੰ ਨਹੀਂ ਕਦੇ ਕਿਹਾ। ਕਹਿੰਦੇ ਤੁਸੀਂ ਹੁਣ ਤੁਹਾਡੇ ਮੂੰਹ 'ਤੇ ਕੀ ਕਹਿਣ? ਆ ਕੇ ਪੁੱਛਿਆ, ਕਹਿੰਦੇ ਮਹਾਰਾਜ ਫਿਰ ਮੈਂ ਗੁਰੂ ਹੁਣ ਕਿਹੜਾ ਧਾਰਨ ਕਰਾਂ? ਕਹਿੰਦੇ ਜੋ ਵੀ ਰਸਤੇ 'ਚ ਮਿਲ ਗਿਆ ਗੁਰੂ ਬਣਾ ਲਾ, ਬਸ ਜੋ ਮਿਲ ਗਿਆ ਉਹਨੂੰ ਹੀ ਧਾਰ ਲਈ। ਉਹ ਫੰਦਕ ਸੀ ਰਸਤੇ ਵਿੱਚ, ਪੰਛੀ ਫੜਨ ਵਾਲਾ ਜਾਲ ਜੇ ਵਾਲਾ, ਉਹਨੂੰ ਕਹਿੰਦੇ ਚਰਨ ਫੜ ਲਏ। ਕਹਿੰਦੇ ਮੈਂ ਤੁਹਾਨੂੰ ਗੁਰੂ ਧਾਰਿਆ। ਉਹ ਕਹਿੰਦਾ ਭਰਾ ਮੈਂ ਤਾਂ ਆਪ ਫੰਦਕ ਹਾਂ, ਮੈਂ ਕਿੱਥੋਂ ਗੁਰੂ ਹਾਂ? ਬਾਅਦ 'ਚ ਉਹ ਬਣ ਗਿਆ ਸੀ ਮਹਾਂਪੁਰਖ। ਵੈਸੇ ਉਸ ਵਕਤ ਸਾਧ ਸੰਗਤ ਜਦੋਂ ਉਹ ਕਹਿੰਦੇ ਵੀ ਮੇਰੀ 84 ਕੱਟੋ ਗੁਰੂਦੇਵ, ਉਹ ਕਹਿੰਦਾ ਮੈਨੂੰ ਤਾਂ ਆਪ ਨਹੀਂ ਪਤਾ ਹੁੰਦੀ ਕਹੀ ਜੀ ਹੈ, ਇੱਥੇ ਬਾਹ ਕੇ ਦਿਖਾਓ। ਜਾਂ 84 ਉਹਨੇ ਉਂਗਲ ਨਾਲ ਐਂ ਬਾਹ ਕੇ ਖਾਨੇ ਜੇ 84 ਆਹ 84, ਕਹਿੰਦੇ ਇਹ ਮਿਟਣੀ ਹੈ। ਕਹਿੰਦੇ ਇਹ ਕਿਹੜੀ ਔਖੀ 84 ਮਿਟਣੀ? ਕਹਿੰਦਾ ਐਂ ਕਰ ਇਹਦੇ 'ਤੇ ਲਿਟਣ ਲੱਗ ਜਾ, ਮਿਟ ਜੂਗੀ। ਗੁਰੂ ਦੀ ਮੈਂ ਤਾਕਤ ਦੱਸਦਾ, ਗੁਰੂ ਧਾਰਿਆ ਹੋਵੇ ਜੇ, ਉਹ ਲਿਟਣ ਲੱਗ ਗਿਆ, ਉਹ ਸਾਰੀ ਮਿਟ ਗਈ। ਵਿਸ਼ਨੂੰ ਜੀ ਕੋਲ ਆ ਗਿਆ, ਕਹਿੰਦੇ ਮਹਾਰਾਜ ਮੈਨੂੰ ਐਂ ਗੱਲ ਹੋਈ, ਮੈਂ ਐਂ ਕਰਕੇ ਆਇਆ। ਕਹਿੰਦੇ ਮਿਟ ਗਈ। ਕਹਿੰਦੇ ਮਹਾਰਾਜ ਉਹ ਤਾਂ ਫੰਦਕ ਸੀਗਾ, ਮੈਂ ਤਾਂ ਐਂ ਬਾਹੀ ਸੀ। ਕਹਿੰਦੇ ਗੁਰੂ ਦੇ ਵਿੱਚ ਇੰਨੀ ਤਾਕਤ ਹੁੰਦੀ, ਜੇ ਗੁਰੂ ਧਾਰਨ ਕਰ ਲਓ ਨਾ, ਗੁਰੂ ਬਾਂਹ ਫੜਦਾ। ਕਈ ਆਪਣੇ ਆਪ ਹੀ ਸ਼ੁਰੂ ਕਰ ਲੈਂਦੇ ਨੇ, ਮੈਂ ਸ਼ੁਰੂ ਕਰਤਾ ਪਾਠ, ਮੈਂ ਕਰਤਾ। ਉਹ ਪਹਿਲਾਂ ਮੈਂ ਇਸ ਗੱਲ ਨੂੰ ਮੰਨਦਾ ਨਹੀਂ ਸੀ ਹੁੰਦਾ। ਵੈਸੇ ਇਹ ਹੌਲੀ ਹੌਲੀ ਜ਼ਿੰਦਗੀ ਵਿੱਚ ਤਜਰਬੇ ਹੁੰਦੇ ਨੇ। ਬਿਨਾਂ ਉਸਤਾਦ ਧਾਰਿਆਂ, ਪਹਿਲਾਂ ਤਾਂ ਗੁਰੂ ਧਾਰਨੇ ਨੇ, ਗੁਰੂ ਗ੍ਰੰਥ ਸਾਹਿਬ ਜੀ 5 ਪਿਆਰੇ, ਫਿਰ ਕਿਸੇ ਨੂੰ ਉਹਨਾਂ ਨੂੰ ਉਸਤਾਦ ਧਾਰਨਾ ਪੈਂਦਾ ਜਿਨ੍ਹਾਂ ਦੀ ਪਹਿਲਾਂ ਉੱਥੇ ਗੱਲਬਾਤ, ਦਰਗਾਹੀ ਪੁਰਸ਼ ਕਹਿੰਦੇ ਜਿਨ੍ਹਾਂ ਨੂੰ, ਦਰਗਾਹੀ ਮਹਾਂਪੁਰਖਾਂ ਦੇ ਕੋਲ ਜਾ ਕਰਕੇ ਫਿਰ ਸਾਨੂੰ ਬੇਨਤੀ ਕਰਨੀ ਪੈਂਦੀ ਆ। ਸਾਧ ਸੰਗਤ ਇਹ ਕਲਯੁਗ ਦਾ ਸਮਾਂ, ਭਿਆਨਕ ਸਮਾਂ, ਇਹਦੇ ਵਿੱਚ ਯਕੀਨ ਕਰਨਾ, ਜਿਹੜੀ ਸਤਸੰਗਤ ਹੈ ਇਹ ਯਕੀਨ ਕਰਦੀ, ਸ਼ਰਧਾ ਵਾਲੀ ਆ, ਪਰ ਆਮ ਬੰਦੇ ਯਕੀਨ ਨਹੀਂ ਕਰਦੇ। ਕਹਿਣ ਤੋਂ ਵੀ ਡਰ ਲੱਗਦਾ ਕਈ ਵਾਰ, ਵੀ ਗੱਲ ਕਹਿਤੀ ਕਿਤੇ ਪਤਾ ਨਹੀਂ ਕੀ ਕਹਿਣਗੇ। ਇਹ ਇੱਕ ਕਾਨੂੰਨ ਪਹਿਲੇ ਪਾਤਸ਼ਾਹ ਤੋਂ ਲੈ ਕੇ ਚੱਲਿਆ ਆਉਂਦਾ ਵੀ ਜਦੋਂ ਇੱਕ ਉੱਥੇ ਸੱਚਖੰਡ ਦੇ ਵਿੱਚ ਅਸੂਲ ਹੈ ਵੀ ਇਹ ਜਿਹੜੀ ਸੰਗਤ ਹੈ, ਇਹ ਸੰਗਤ ਅਟੈਚਮੈਂਟ ਇਹਦੀ ਬਾਬਾ ਬੁੱਢਾ ਜੀ ਨਾਲ ਹੈ। ਇਹਨਾਂ ਬਾਬਾ ਬੁੱਢਾ ਜੀ ਸੰਗਤ ਕੀਤੀ ਹੈ। ਇਹਨਾਂ ਨੇ ਭਾਈ ਗੁਰਦਾਸ ਜੀ ਦੀ ਬਹੁਤ ਸੰਗਤ ਕੀਤੀ। ਜਦੋਂ 800 ਸਿੱਖ ਨੂੰ ਭਾਈ ਗੁਰਦਾਸ ਜੀ ਚਰਨਾਮ੍ਰਿਤ ਪਿਲਾ ਕੇ ਲਿਆਏ ਸੀ ਕਾਂਸ਼ੀ ਤੋਂ, ਉਹ ਉਹਨਾਂ ਦੇ ਪੇਟੇ 'ਚ ਪਾਤੇ ਸੀ। ਫਿਰ ਸੱਚਖੰਡ ਦੇ ਵਿੱਚ ਇਹ ਸਿਸਟਮ ਹੁੰਦਾ ਕਿ ਇਹ ਬਾਬਾ ਨੰਦ ਸਿੰਘ ਦਾ ਸੰਗੀ ਹੈ, ਇਹ ਰਾੜੇ ਵਾਲਿਆਂ ਦਾ ਸੰਗੀ ਹੈ, ਇਹ ਬਾਬਾ ਹਰਖੋ ਵਾਲੀਆਂ ਦਾ ਸੰਗੀ ਹੈ, ਇਹ ਟਕਸਾਲ ਵਾਲੇ ਮਹਾਂਪੁਰਖਾਂ ਸੰਗੀ ਹੈ। ਇਹ ਅੱਡ ਅੱਡ ਜਦੋਂ ਅਸੀਂ ਗਾਂਹ ਵੱਧਦੇ ਸਾਨੂੰ ਪਤਾ ਲੱਗਦਾ, ਅੱਛਾ ਜਿਵੇਂ ਕਿਸੇ ਮਹਾਂਪੁਰਖ ਨੇ ਕਿਹਾ ਵੀ ਉਹ ਫਲਾਨਾ ਉਹਦੇ ਕੋਟੇ 'ਚ ਆ, ਉਹ ਮੈਂ ਕਿਹਾ ਵੀ ਉਹ ਜਿਹੜਾ ਹੈ ਉਹ ਵੀ ਇਸੇ ਟਕਸਾਲ 'ਚ ਹੀ ਮਹਾਂਪੁਰਖ ਹੋਇਆ। ਇਹ ਕਹਿੰਦੇ ਐ ਨਹੀਂ ਦਿੰਦੇ ਹੁੰਦੇ, ਇਹ ਕਹਿੰਦੇ ਫਿਰ ਤਾਂ ਇੱਕ ਕੋਲ ਹੀ ਭਾਰ ਵੱਧ ਜਾਊਗਾ ਬਹੁਤ। ਇੱਕ ਅਫੀਸਰ ਕੋਲ ਇੱਕ ਜ਼ਿਲ੍ਹਾ ਹੁੰਦਾ, ਉਹਦੇ ਅੱਗੇ ਕਿੰਨੇ ਅਧਿਕਾਰੀ ਹੁੰਦੇ, ਉਹਨਾਂ ਇੱਕ ਬਲਾਕ ਦੇ ਵਿੱਚ ਕਿੰਨਾ ਉਹ ਵੀਡੀਓ ਲੱਗਿਆ ਹੁੰਦਾ। ਹਰੇਕ ਦੇ ਕੋਲੇ ਆਪੋ ਆਪਣਾ ਹਿਸਾਬ ਕਿਤਾਬ ਹੈ, ਹਰੇਕ ਨੂੰ ਉਹਨਾਂ ਭਾਰ ਦੇਣਾ ਵੀ ਤੁਸੀਂ ਇੰਨੇ ਸਾਂਭਣੇ ਹੈ, ਤੁਸੀਂ ਇੰਨੇ ਸਾਂਭਣੇ ਹੈ, ਇੰਨੇ ਜੀਆਂ ਦਾ ਭਲਾ ਕਰਨਾ ਹੈ। ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ। ਇਸ ਕਰਕੇ ਜਦੋਂ ਵੀ ਮਹਾਂਪੁਰਖ ਦਿੰਦੇ ਸੀ ਕਿਸੇ ਨੂੰ ਵੀ ਢੰਗ ਤਰੀਕਾ ਦੱਸਦੇ, ਮਾਣ ਇੱਕ ਨੂੰ ਮਿਲਦਾ ਉੱਤੋਂ।
ਅੱਗੇ ਉਹ ਗਾਂ ਜੇ ਕਿਸੇ ਨੂੰ ਰਸਤਾ ਦੱਸੇ ਤਾਂ ਫਿਰ ਉਹਨਾਂ ਨੂੰ ਅੱਗੇ ਮਾਣ ਮਿਲਦਾ ਵੀ ਕਿਹਨਾਂ ਦੇ ਸੰਗੀ ਹੋ ਜੀ, ਤੁਸੀਂ ਕਿਹਨਾਂ ਦੇ ਨਾਲ ਜੁੜੇ ਹੋਏ ਹੋ। ਇਸ ਤਰ੍ਹਾਂ ਕਰਕੇ ਇਹ ਸਾਰੀ ਚੀਜ਼ ਅੱਗੇ ਤੋਂ ਅੱਗੇ ਉਹਨਾਂ ਨੇ ਕਰਵਾਈ ਆ, ਉਹਨਾਂ ਦੇ ਕੋਟੇ ਵਿੱਚ ਇਹ ਚੀਜ਼ਾਂ ਪਾਈਆਂ ਜਾਂਦੀਆਂ ਨੇ। ਵੱਡੇ ਨੇ ਸਾਰਿਆਂ ਨਾਲੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ। ਇਹ ਸਾਰਾ ਕੁਝ ਉਸੇ ਤਰ੍ਹਾਂ ਹੀ ਮਿਲਦਾ ਜਿਵੇਂ ਜਿਵੇਂ ਲਿਖਿਆ ਹੁੰਦਾ। ਇਸ ਕਰਕੇ ਜਿਹੜਾ ਬਚਨ ਹੈ ਉਹ ਨਿਮਰਤਾ ਦੀ ਗੱਲ ਹੈ। ਪੁਰਾਣਿਆਂ ਜਿਨ੍ਹਾਂ ਨੇ ਨਿਮਰਤਾ ਵਿੱਚ ਆਏ, ਜਾਂ ਦੂਸਰਾ ਬਚਨ ਸੀ ਆਪਣਾ ਹਉ ਆਇਆ ਦੂਰੋਂ ਚੱਲ ਕੇ, ਹਉ ਆਇਆ ਦੂਰੋਂ ਚੱਲ ਕੇ ਕਹਿ ਆ ਮੈਂ ਤੱਕੀ ਤੋਂ ਸਰਣਾਏ ਜੀਓ। ਦੂਰੋਂ ਕਿੱਥੋਂ ਆਇਆ? ਪਿੱਛੋਂ ਪਤਾ ਨਹੀਂ ਕਿੱਥੋਂ ਆਇਆ। ਸਤਿਯੁਗ ਦੇ ਵਿੱਚ ਮਨੁੱਖਾ ਦੇਹੀ ਮਿਲੀ ਕਿ ਪਹਿਲਾਂ ਮਿਲੀ ਕਿ ਬਾਅਦ ਵਿੱਚ ਮਿਲੀ ਕਿ ਹੁਣੇ ਮਿਲੀ? ਮਨੁੱਖਾ ਦੇਹੀ ਕਦ ਮਿਲੀ ਹੈ? ਕਦੋਂ ਤੇਰਾ ਭਲਾ ਹੋਵੇਗਾ ਭਾਈ? ਮਹਾਰਾਜ ਜੀ ਕਹਿੰਦੇ ਨੇ ਹੌਲੀ ਹੌਲੀ ਕਰਕੇ ਜੀਵ ਦਾ ਕਲਿਆਣ ਹੁੰਦਾ। ਇੱਕ ਜਨਮ ਵਿੱਚ ਥੋੜ੍ਹੀ ਜਿਹੀ ਤਰੱਕੀ ਹੁੰਦੀ ਹੈ, ਅਗਲੇ ਜਨਮ 'ਚ ਹੋਰ ਤਰੱਕੀ ਹੁੰਦੀ ਹੈ, ਕਿਸੇ ਮਹਾਤਮਾ ਨੂੰ ਤਰਸ ਆ ਜਾਂਦਾ ਫਿਰ ਹੋਰ ਤਰੱਕੀ ਹੁੰਦੀ ਹੈ। ਅਤੇ ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਹੈ ਨਾ, ਸੰਗਤਾਂ ਗੁਰੂ ਵਾਲੇ ਬਣਨ ਵਿੱਚ ਪਹਿਲ ਦਿਓ। ਦੂਜੀ ਇਹ ਆ, ਆਸੇ ਪਾਸੇ ਹਨੇਰੀਆਂ ਬਹੁਤ ਝੁੱਲਦੀਆਂ। ਜਿਹੜਾ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ, ਪੰਜ ਬਾਣੀਆਂ ਦਾ ਨਿਤਨੇਮ ਜ਼ਰੂਰ ਕਰਨਾ। ਹੁਣ ਕਈਆਂ ਨੂੰ ਅਸੀਂ ਕੋਈ ਪਾਠ ਦੱਸੀਏ ਵੀ ਆਹ ਕਰ ਲਓ, ਕਈ ਕਹਿਣਗੇ ਅੱਛਾ ਫਿਰ 25 ਜਪਜੀ ਸਾਹਿਬ ਕਰ ਲਈਏ, ਪੰਜ ਬਾਣੀਆਂ ਫਿਰ ਰਹਿਣ ਦੀਏ। ਮੈਂ ਕਿਹਾ ਨਾ, ਪੰਜ ਬਾਣੀਆਂ ਦਾ ਸਾਡਾ ਮੂਲ ਦਰਵਾਜ਼ਾ ਹੈ ਸਾਰਿਆਂ ਦਾ। ਜਿਵੇਂ ਇੱਥੇ ਗੇਟ ਲੱਗਿਆ ਹੋਵੇ ਨਾ, ਗੇਟ 'ਤੇ ਤਾਂ ਐਂਟਰਸ ਹੈ ਜਿਹੜੀ, ਇਹ ਪੰਜ ਬਾਣੀਆਂ ਤਾਂ ਸਾਡਾ ਦਰਵਾਜ਼ਾ। ਮੈਂ ਜਦੋਂ ਸੰਤਾਂ ਦੀ ਸੰਗਤ ਕਰਦਾ ਬੜਿਆਂ ਦੀ, ਤਾਂ ਉਹਨਾਂ ਵਿੱਚੋਂ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਸੰਗਤ ਕਰਦੇ ਸੀ, ਤਾਂ ਕਿਸੇ ਨੇ ਉਹਨਾਂ ਨੂੰ ਪ੍ਰਸ਼ਨ ਕੀਤਾ, ਬਾਬਾ ਜੀ ਸੁਖਮਨੀ ਸਾਹਿਬ ਦਾ ਪਾਠ ਤੜਕੇ ਪਹਿਲਾਂ ਕਰ ਲਿਆ ਕਰੀਏ? ਬਾਬਾ ਜੀ ਦਾ ਜਿਹੜਾ ਜਵਾਬ ਹੁੰਦਾ ਬ੍ਰਹਮ ਗਿਆਨੀ ਦਾ ਬੜਾ ਠੋਸ ਹੁੰਦਾ। ਕਹਿੰਦੇ ਨਾ, ਪਹਿਲਾਂ ਪੰਜ ਬਾਣੀਆਂ, ਫਿਰ ਸੁਖਮਨੀ ਸਾਹਿਬ, ਫਿਰ ਜਿਹੜੀ ਮਰਜ਼ੀ ਬਾਣੀ, ਪਹਿਲਾਂ ਪੰਜ ਬਾਣੀਆਂ। ਹੁਣ ਵੀ ਕਈ ਪੁੱਛਦੇ ਨੇ ਬ੍ਰਹਮ ਕਵਚ ਪਹਿਲਾਂ ਕਰ ਲਿਆ ਕਰੀਏ ਜਾਂ ਪਹਿਲਾਂ ਆਹ ਕਰ ਲਿਆ ਕਰੀਏ। ਨਹੀਂ, ਮੈਂ ਕਿਹਾ ਪੰਜ ਬਾਣੀਆਂ ਨੂੰ ਪਹਿਲ ਦਿੱਤੀ ਜਾ। ਉੱਥੇ ਇਹ ਗਿਣਤੀ ਹੋਣੀ ਤੁਹਾਡੀ। ਪੰਜ ਬਾਣੀਆਂ ਰਹਿ ਰਾਸ ਸੰਪੂਰਨ ਜੋ ਆਪਾਂ ਪੜ੍ਹਦੇ ਹਾਂ ਉਰੋਂ ਦੀ ਮਰਿਆਦਾ 'ਚ, ਅਤੇ 16 ਸਾਹਿਬ ਦੇ ਸ਼ਬਦ, 4 ਪਹਿਲੇ ਸ਼ਬਦ, ਉਹ ਹੌਲੀ ਹੌਲੀ ਪਤਾ ਕੀ ਹੁੰਦਾ, ਆਪਾਂ ਛੱਡੀ ਜਾਂਦੇ ਹਾਂ ਹੌਲੀ ਹੌਲੀ। ਚੱਲ ਇਹ ਨਾਲ ਤਾਂ ਕੀ ਫਰਕ ਪੈਂਦਾ। ਤੁਹਾਨੂੰ ਇਹੀ ਨਹੀਂ ਪਤਾ ਵੀ ਇੱਕ ਸ਼ਬਦ ਵਿੱਚ ਕਿੰਨੀ ਤਾਕਤ ਹੈ। ਕਿਸੇ ਮਹਾਂਪੁਰਖ ਦੇ ਮੈਂ ਜੀਵਨ ਨੂੰ ਪੜ੍ਹ ਰਿਹਾ ਸੀ, ਬਹੁਤ ਉੱਚ ਕੋਟੀ ਦੇ ਹੋਏ ਆ ਉਹ। ਉਹਦੇ 'ਚ ਹੁਣ ਬਚਨ ਪੜ੍ਹਦੇ ਪੜ੍ਹਦੇ ਸਾਹਮਣੇ ਆ ਜਾਂਦੀ ਗੱਲ, ਪਹਿਰਾ ਕਿਵੇਂ ਲੱਗਦਾ। ਇਹ ਪਹਿਰਾ ਜਦੋਂ ਆਪਾਂ ਉਹ ਸ਼ਬਦ ਪੜ੍ਹਦੇ ਹਾਂ, ਸਾਡੇ ਦੁਆਲੇ ਪਹਿਰਾ ਕਿਵੇਂ ਹੁੰਦਾ। ਉਹ ਕਹਿੰਦੇ ਗੁਰ ਕਾ ਸ਼ਬਦ ਰਖਵਾਰੇ, ਜਦੋਂ ਆਪਾਂ ਕਹਿੰਦੇ ਸੋਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ। ਜਾਂ ਫਿਰ ਇਸੇ ਤਰ੍ਹਾਂ ਹੀ ਤਾਤੀ ਬਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੈ ਨਾ ਪਾਈ। ਇਹ ਆ। ਹੁਣ ਇੱਕ ਸ਼ਬਦ ਮਹਿੰਗੇ ਨੇ ਜਿਹੜੇ ਗਿਆਨੀਆਂ ਨੂੰ ਹੀ ਕਰਾਉਂਦੇ। ਅਸੀਂ ਆਮ ਜੇ ਸੰਗੀ ਕੋਈ ਹੋਵੇ ਪੜ੍ਹਿਆ ਲਿਖਿਆ, ਹੁਣ ਉਹ ਥੋੜ੍ਹਾ ਜਿਹਾ ਔਖਾ ਲੱਗਦਾ ਵੀ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਬ ਰੱਖਿਆ ਗੁਰਦਇਆਲ ਹੈ, ਭੈ ਦੁਖ ਬਿਨਾਸਨਾ ਹੈ, ਭਗਤ ਵਛਲਾ ਨਾਥ ਨਾਥੇ ਸਰਣ ਨਾਨਕ ਪੁਰਖ ਅਚੁੱਤਾ ਹੈ। ਪਟਿਆਲੇ ਹੋਤੀ ਮਰਦਾਨ ਦੇ ਗੁਰਦੁਆਰੇ 'ਚ ਹੁਣ ਬਾਬਾ ਜੀ ਚੜ੍ਹਾਈ ਕਰ ਗਏ। ਉਹ ਬਹੁਤ ਬਿਰਧ ਸੀਗੇ, ਬਹੁਤ ਬਜ਼ੁਰਗ ਸੀਗੇ। ਮੈਂ ਕਿਹਾ ਤੁਸੀਂ ਬਾਬਾ ਜੀ? ਕਹਿੰਦੇ ਮੈਂ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਦਰਸ਼ਨ ਕੀਤੇ ਹੋਏ ਆ, ਛੋਟੇ ਹੁੰਦੇ ਨੇ। ਕਹਿੰਦੇ ਉਹ ਨਾ ਮੈਨੂੰ ਇੱਕ ਗੱਲ ਕਹੀ ਸੀ ਜਦੋਂ, ਵੀ ਬਾਬਾ ਜੀ ਤੁਸੀਂ ਹੁਣ ਜਾਣਾ, ਕੋਈ ਉਪਦੇਸ਼ ਕਰ ਜੋ। ਕਹਿੰਦੇ ਪੁੱਤ ਪੂਰੀ ਜ਼ਿੰਦਗੀ ਇਹ 2 ਪੰਗਤੀਆਂ ਨਾ ਛੱਡੀ, ਸ਼ਲੋਕ ਜਿਹੜਾ ਇਹ
ਸ਼ਲੋਕ ਉੱਤੇ ਲਿਖਿਆ ਨਹੀਂ ਹੋਇਆ ਵੈਸੇ ਸਹਿਸਕ੍ਰਿਤੀ ਦੇ ਵਿੱਚ। ਕਹਿੰਦੇ ਇਹ ਹਰੇਕ ਗ੍ਰਸਤੀ ਨੂੰ ਪੜ੍ਹਨਾ ਚਾਹੀਦਾ। ਤੁਸੀਂ ਵੀ ਕੰਠ ਕਰ ਲਓ, 2 ਪੰਗਤੀਆਂ ਹੀ ਆ। ਘੋਰ ਦੁਖਯੰ ਅਨਕ ਹਤਯੰ ਜਨਮ ਦਾਰਿਦ੍ਰਿਯੰ ਮਹਾਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕ੍ਰੋਧ ਹੈ। 2 ਪੰਗਤੀਆਂ ਬਾਰੇ ਹੁਣ ਇਹਨੂੰ ਵਿਸਥਾਰ ਵਿੱਚ ਲੈ ਜਾਈਏ ਤਾਂ ਘੋਰ ਦੁਖਯੰ, ਘੋਰ ਦੁੱਖ ਚਿੰਬੜੇ ਹੋਏ ਜੀ। ਉਹਨੂੰ ਇੰਨੇ ਭਿਆਨਕ ਦੁੱਖ ਨੇ, ਕਈ ਲੋਕਾਂ ਨੂੰ ਕਹਿੰਦੇ ਇਹੋ ਜਿਹੇ ਦੁੱਖ ਨੇ ਦੱਸ ਨਹੀਂ ਸਕਦੇ, ਇੰਨੇ ਦੁੱਖ ਚਿੰਬੜੇ ਹੋਏ ਆ ਨਾ। ਕਿਉਂਕਿ ਸਾਡਾ ਤਾਂ ਸੰਗਤ ਨਾਲ ਹੀ ਰੋਜ਼ ਮੇਲ ਮਿਲਾਪ ਰਹਿੰਦਾ। ਘੋਰ ਦੁਖਯੰ ਅਨਕ ਹਤਯੰ, ਬਹੁਤ ਹੱਤਿਆ ਕੀਤੀਆਂ ਹੋਈਆਂ, ਪਾਪੀ ਹਾਂ ਮੈਂ ਤਾਂ ਪਾਪੀ। ਘੋਰ ਦੁਖਯੰ ਅਨਕ ਹਤਯੰ ਜਨਮ ਦਾਰਿਦ੍ਰਿਯੰ, ਬਚਪਨ ਤੋਂ ਗਰੀਬੀ ਤੋਂ ਲੈ ਕੇ ਦਲਿੱਦਰ ਪਿਆ ਹੋਇਆ, ਘਰ ਦੇ ਵਿੱਚ ਗਰੀਬੀ ਹੀ ਗਰੀਬੀ ਹੈ। ਉਹ ਵੀ ਦਲਿੱਦਰੀ ਆਲਸੀ ਬਣਿਆ ਫਿਰਦਾ, ਕੋਈ ਬਹੁਤ ਨੁਕਸਾਨ ਹੈ ਘਰ ਦੇ ਵਿੱਚ, ਮਾਇਆ ਹੈ ਹੀ ਨਹੀਂ। ਕਹਿੰਦੇ ਫਿਰ ਹੋਰ ਕੋਈ ਦੁੱਖ, ਕਹਿੰਦੇ ਫਿਰ ਬੜੇ ਬੜੇ ਝਗੜੇ ਮੇਰੇ ਗਲ ਪਏ ਨੇ, ਮੁਕੱਦਮੇ ਇੰਨੇ ਨੇ ਮੇਰੇ ਸਿਰ 'ਤੇ। ਮੇਰੇ ਕੋਲ ਵੀ ਕਈ ਮਿਲਦੇ, ਕਹਿੰਦੇ 7 ਤਾਂ ਮੁਕੱਦਮੇ ਚੱਲਦੇ, ਕੋਈ ਕਹਿੰਦਾ ਮੇਰੇ 'ਤੇ 15 ਮੁਕੱਦਮੇ ਚੱਲਦੇ। ਘੋਰ ਦੁਖਯੰ ਅਨਕ ਹਤਯੰ ਜਨਮ ਦਾਰਿਦ੍ਰਿਯੰ ਮਹਾਵਿਖਿਆਦੰ, ਵਿਖਿਆਦੰ ਹੁੰਦਾ ਝਗੜੇ ਖੜੇ ਹੋ ਜਾਣੇ। ਬੜਾ ਔਖਾ ਕੰਮ ਹੋਇਆ ਬਈ, ਬਿਮਾਰ ਵੀ ਹੈ, ਕਈ ਹੱਤਿਆਵਾਂ ਵੀ ਹੋ ਗਈਆਂ, ਜਨਮ ਦਾ ਦਲਿੱਦਰੀ ਗਰੀਬੀ ਹੈ, ਝਗੜੇ ਇੰਨੇ ਖੜੇ ਹੋਏ ਪਏ ਨੇ। ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਹਰੀ ਦਾ ਨਾਮ, ਪਰਮੇਸ਼ਰ ਦਾ ਨਾਮ ਸਿਮਰਨ ਕਰਨੇ ਕਰਕੇ ਦੇਖੋ, ਚਾਹੇ ਅੱਜ ਕੁਛ ਵੀ ਕਰੀ ਜਾਵੇ ਕੋਈ, ਕਿਉਂਕਿ ਤੁਸੀਂ ਹਰ ਸਾਲ ਸੁਣ ਲੈਂਦੇ ਹੋ, ਸੁਣ ਕੇ ਹੱਥ ਝਾੜ ਕੇ ਚਲੇ ਜਾਂਦੇ ਹੋ। ਤੁਹਾਨੂੰ ਦੇਖੋ ਗੁਰਮੁਖੋ ਫਿਰ ਅਗਲਾ ਜਨਮ ਲੈਣਾ ਪੈਣਾ। ਹੁਣੇ ਗੱਲ ਮੰਨ ਲਓ, ਬਹੁਤ ਕੁਝ ਖਾ ਪੀ ਲਿਆ, ਹੰਢਾ ਲਿਆ, ਦੇਖ ਲਿਆ, ਪਰ ਨਾਮ ਸਿਮਰਨ ਨਹੀਂ ਕੀਤਾ। ਜਿਹੜਾ ਸਿਮਰਨ ਆ ਨਾ, ਇਹ ਘੱਟ ਤੋਂ ਘੱਟ ਵੀ ਚੰਗਾ ਜ਼ੋਰ ਨਾਲ ਕਰੇ ਨਾ, 4-4 ਘੰਟੇ ਸਵੇਰੇ ਸ਼ਾਮ, 8-8 ਘੰਟੇ ਕਈ ਸਿੰਘ ਕਰਦੇ ਨੇ। ਇਹ ਕਾਫੀ ਟਾਈਮ ਲਾਉਣਾ ਪੈਂਦਾ ਇਹਦੇ ਵਿੱਚ। ਘੋਰ ਦੁਖਯੰ ਅਨਕ ਹਤਯੰ ਜਨਮ ਦਾਰਿਦ੍ਰਿਯੰ ਮਹਾਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ। ਕਹਿੰਦੇ ਜੇ ਇੰਨਾ ਕੁਛ ਕਿਵੇਂ ਮੇਟ ਜੂ? ਇਹ ਤਾਂ ਛੋਟਾ ਜਿਹਾ ਅੱਖਰ ਆ ਵਾਹਿਗੁਰੂ। ਮਹਾਂਪੁਰਖ ਕਹਿੰਦੇ, ਗੁਰੂ ਅਰਜਨ ਦੇਵ ਜੀ ਕਹਿੰਦੇ ਸਿੱਖਾਂ ਨੂੰ, ਉਹ ਤੀਲੀ ਕਿੰਨੀ ਕੁ ਹੁੰਦੀ ਆ? ਮਾਚਿਸ ਦੀ ਡੱਬੀ 'ਚੋਂ ਤੀਲੀ ਇੱਕ ਕੱਢਦੇ ਆ। ਜੈਸੇ ਪਾਵਕ ਕਾਸ਼ਟ ਭਸਮੰ ਕ੍ਰੋਧ, ਜਿਵੇਂ ਲੱਕੜਾਂ ਨੂੰ ਅੱਗ ਸਾੜ ਕੇ ਸੁਆਹ ਕਰ ਦਿੰਦੀ ਆ, ਭਾਵੇਂ ਕਰੋੜਾਂ ਅਰਬਾਂ ਮਣ ਲੱਕੜਾਂ ਦਾ ਇੱਥੇ ਢੇਰ ਲਾ ਕੇ ਇੱਕ ਤੀਲੀ ਲਾ ਦਿਓ, ਲੱਗ ਤਾਂ ਜਾਓ ਮਹੀਨਾ 2 ਮਹੀਨੇ, ਪਰ ਸੁਆਹ ਹੋ ਜੂ ਸਾਰੀ। ਨਾਮ ਦੇ ਵਿੱਚ ਇੰਨੀ ਤਾਕਤ ਹੈ। ਬਸ ਇੱਕੋ ਹੀ ਚੀਜ਼ ਹੈ ਕਿ ਮਨ ਬਾਣੀ ਸਰੀਰ ਕਰਕੇ ਨਾਮ ਜਪਣਾ ਪੈਂਦਾ। ਸੱਚੀਓ ਹੀ ਜਪਦਾ ਕਿ ਵੈਸੇ ਹੀ ਵਾਹਿਗੁਰੂ ਵਾਹਿਗੁਰੂ ਕਰਦਾ, ਇਹ ਦੇਖਣਾ ਪੈਂਦਾ। ਆਪਾਂ ਨਾਮ ਜਿਹੜਾ ਜਪਦੇ ਆ ਕਿ ਸੱਚੀਓ ਹੀ ਜਪਦੇ। ਨਾਮ ਦੇ ਨਾਲ ਫਿਰ ਅੰਮ੍ਰਿਤ ਛਕਣਾ, 5 ਪਿਆਰਿਆਂ ਤੋਂ ਨਾਮ ਲੈਣਾ। ਕਹਿੰਦੇ ਮੈਂ ਸੰਤਾਂ ਤੋਂ ਨਾਮ ਲਿਆ ਹੋਇਆ, ਜਾਂ ਕੋਈ ਵੀ ਕਹਿ ਦਿੰਦਾ, ਨਾਮ ਤਾਂ ਦੇਣਗੇ 5 ਪਿਆਰੇ ਹੀ। ਉਹ ਕਹਿਣ ਦੀ ਇੱਕ ਗੱਲ ਲੋਕਾਂ ਦੀ ਆਮ ਪੁਰਾਣੀ ਇੱਕ ਰੀਤੀ ਪ੍ਰਚਲਿਤ ਹੋਈ, ਜਿਵੇਂ ਕਹਿੰਦੇ ਮੈਂ ਤਾਂ ਸੁੱਚੇ ਮੂੰਹ ਪਾਠ ਕਰਨਾ। ਇਹਦਾ ਵੀ ਰੌਲਾ ਪਿਆ, ਸੁੱਚੇ ਮੂੰਹ ਪਾਠ। ਸੁੱਚੇ ਮੂੰਹ ਦਾ ਮਤਲਬ ਹੈ ਉਹ ਇੱਕ ਪੁਰਾਣਾ ਅੱਖਰ ਹੈ। ਜਿਵੇਂ ਹੰਸਾਲੀ ਵਾਲੇ ਸੰਤਾਂ ਕੋਲ ਕੋਈ ਵੀ ਜਾਂਦਾ, ਬਾਬਾ ਜੀ ਕਿਹੜਾ ਪਾਠ ਕਰੀਏ? ਭਾਈ ਪਹਿਲੀ ਪੌੜੀ ਕਰ ਲਿਆ ਕਰੋ। ਹੁਣ ਪਹਿਲਾਂ ਮੂਲ ਮੰਤਰ ਨੂੰ ਪਹਿਲੀ ਪੌੜੀ ਕਹਿੰਦੇ ਹੁੰਦੇ ਸੀ, ਹੁਣ ਇਹ ਬਦਲ ਗਿਆ। ਨਾਨਕ ਹੋਸੀ ਪੀ ਸੱਚ ਤੇ ਜਾ ਕੇ ਏਕਾ ਲੱਗ ਗਿਆ, ਪਹਿਲੀ ਪੌੜੀ ਹੋ ਗਈ। ਫਿਰ ਮੈਨੂੰ ਸੰਗਤ ਨੇ ਉੱਥੇ ਪੁੱਛਣਾ ਵੀ ਇਹ ਬਾਬਾ ਜੀ ਕਹਿੰਦੇ ਪਹਿਲੀ ਪੌੜੀ ਕਰਿਆ ਕਰੋ, ਪਹਿਲੀ ਪੌੜੀ ਕਿਹੜੀ ਹੁੰਦੀ ਹੈ? ਮੈਂ ਕਿਹਾ ਮੂਲ ਮੰਤਰ ਨੂੰ ਕਹਿੰਦੇ ਨੇ। ਕਹਿੰਦੇ ਸੁੱਚੇ ਮੂੰਹ ਦਾ ਅਰਥ ਮਤਲਬ ਹੈ ਵੀ ਰਾਤ ਭਰ ਸੁੱਤੇ ਰਹੇ। ਐ ਤਾਂ ਭਾਵੇਂ 100 ਕੁਰਲੀ ਕਰ, 1000 ਕਰ, ਇੱਕ ਝੂਠ ਬੋਲਦਾ ਮੂੰਹ ਜੂਠਾ ਹੋ ਜਾਣਾ। ਸਾਰਾ ਦਿਨ ਤਾਂ ਆਪਣਾ ਝੂਠ ਹੀ ਚੱਲਦਾ। ਆ ਕਲਯੁਗ ਇਹੋ ਜਿਹਾ, ਬੜੇ ਬੜੇ ਸਿੰਘਾਂ ਨੂੰ ਲੱਭਦੇ ਫਿਰ ਵੀ
ਪੈਸੇ ਉੱਤੇ ਡਿੱਗ ਪੈਂਦੇ ਨੇ, ਝੂਠ ਬੜਾ ਬੋਲਦੇ ਨੇ, ਹੇਰਾ ਫੇਰੀਆਂ, ਠੱਗੀਆਂ ਠੋਰੀਆਂ। ਕੋਈ ਐ ਨਹੀਂ ਵੀ ਹਾਂ ਵੀ ਆਹ ਇੱਕ ਸਿੰਘ, ਸੋਨਾ ਤਾਂ 24 ਕੈਰਟ ਦਾ ਮਿਲਣਾ, ਸਿੰਘ 24 ਕੈਰਟ ਕੋਈ ਲੱਭਦਾ ਨਹੀਂ, ਬਹੁਤ ਔਖਾ। ਕਦੇ ਨਾ ਕਦੇ ਉਹ ਝੂਠ ਬੋਲ ਜਾਂਦਾ, ਕਦੇ ਨਾ ਕਦੇ ਉਹ ਹੇਰਾ ਫੇਰੀ ਕਰ ਜਾਂਦਾ, ਕੋਈ ਨਾ ਕੋਈ ਗਲਤੀ ਕਰ ਜਾਂਦਾ, ਫਿਰ ਉੱਤੋਂ ਪੱਤਾ ਕੱਟਿਆ ਜਾਂਦਾ ਉਹਦਾ। ਕਹਿੰਦੇ ਮੈਂ ਤਾਂ ਆਖਿਆ ਮੈਂ ਜਾਣਿਆ ਵਡਹੰਸ ਹੈ, ਮੈਂ ਤਾਂ ਆਖਿਆ ਵਡਹੰਸ ਲੱਗਦਾ ਕੋਈ ਬਾਹਲਾ ਹੀ ਚੰਗਾ ਗੁਰਮੁਖ ਹੈ, ਤਾਂ ਮੈਂ ਕੀਆ ਸੰਗ, ਤਾਂ ਮੈਂ ਸੰਗਤ ਕੀਤੀ ਸੀ ਵਡਹੰਸ ਵਰਗੇ ਮਹਾਂਪੁਰਖ। ਤੀਜੇ ਪਾਤਸ਼ਾਹ ਕੋਲ ਕੋਈ ਇੱਕ ਆ ਗਿਆ ਸੀਗਾ, ਠੱਗੀ ਠੋਰੀ ਵਾਲਾ ਹੀ ਸਾਧੂ ਬਣਿਆ ਹੋਇਆ ਸੀ। ਆ ਕੇ ਮਹਾਰਾਜ ਸਾਹਮਣੇ ਬੈਠ ਕੇ ਐਂ ਬੈਠਾ ਬਗਲਾ ਬਣ ਕੇ, ਇੱਕ ਆਪਣਾ ਆਸਣ ਜਿਹਾ ਵਿਛਾਇਆ ਹੋਇਆ, ਐਦਾਂ ਹੱਥ ਜੇ ਕਰਕੇ ਬੈਠਾ, ਸਾਰੀ ਸੰਗਤ ਦੇਖਣ ਆਵੇ। ਮਹਾਰਾਜ ਇਹ ਤਾਂ ਬੜੇ ਭਗਤ ਨੇ। ਮਹਾਰਾਜ ਕਹਿੰਦੇ ਹਾਂ ਭਾਈ ਬਾਹਲਾ ਹੀ ਭਗਤ ਹੈ। ਉਹੀ ਮਾਲਾ ਜੀ ਫੇਰ ਦਿਖਾਉਂਦਾ, ਐ ਹਿਲਦਾ, ਕਈ ਕੁਛ ਕਰਦਾ। ਬੈਠਾ ਰਿਹਾ, ਪ੍ਰਸ਼ਾਦਾ ਛਕ ਲਿਆ ਕਰੇ, ਫੇਰ ਬਹਿ ਜਾ ਕਰੇ। ਲੋਕ ਉਹਨੂੰ ਵੀ ਮਾੜਾ ਜਾ ਬਾਬਾ ਜੀ ਧੰਨੋ ਜੀ। ਉਹ ਕਹੇ ਚੱਲ ਵਧੀਆ ਮੌਜ ਲੱਗੀ, ਨਾਲੇ ਰੋਟੀ ਪਾਣੀ ਮਿਲਦਾ। ਗੁਰੂ ਜੀ ਸੱਚੇ ਪਾਤਸ਼ਾਹ ਜਾਣ ਕੇ ਹੀ ਉੱਠ ਗਏ ਉੱਥੋਂ। ਗੁਰੂ ਜੀ ਸਤਿਗੁਰਾਂ ਕੋਲ ਇੱਕ ਮੋਤੀਆਂ ਦੀ ਮਾਲਾ ਸੀ। ਮੋਤੀ ਸਾਧ ਸੰਗਤ ਅਸਲੀ ਮੋਤੀ ਦੀ ਗੱਲ ਕਰਦਾ। ਆਤ ਮਾਲਾ ਤਾਂ 10 ਰੁਪਏ ਦੀ ਵੀ ਆ ਜਾਂਦੀ ਹੈ, 100 ਦੀ ਵੀ, 5000 ਦੀ ਵੀ ਆ ਜਾਂਦੀ ਹੈ, 10,000 ਦੀ ਵੀ ਮੋਤੀਆਂ ਦੀ ਮਾਲਾ ਹੈ। ਮਾਲਾ ਵੈਸੇ ਅਸਲੀ ਜਿਹੜੀ 1.25-2 ਲੱਖ ਦੀ ਬਣਦੀ ਮੋਤੀਆਂ ਦੀ, ਉਹ ਵੀ ਹਲੇ ਥੱਲੇ ਵਾਲੇ ਗ੍ਰੇਡ 'ਚ ਦੱਸਿਆ ਤੇ 4-4 ਲੱਖ ਦੀ। 10ਵੇਂ ਪਾਤਸ਼ਾਹ ਦੇ ਗਲ ਵਿੱਚ ਜਿਹੜਾ ਮੋਤੀ ਸੀ, ਉਹ ਜਿਹੜਾ ਆਪਾਂ ਦੇਖਦੇ ਹਾਂ ਮਹਾਰਾਜ ਦੇ ਪਾਇਆ ਹੋਇਆ, ਉਹ 1.5 ਲੱਖ ਰੁਪਏ ਦਾ ਇੱਕ ਮੋਤੀ ਸੀ ਉਦੋਂ। ਉਹ ਅਸਲੀ ਸਿੱਪੀ ਦਾ ਮੋਤੀ ਸੀ, ਵਿੱਚੋਂ ਕੱਢਿਆ ਹੋਇਆ। ਗੁਰੂ ਅਮਰਦਾਸ ਜੀ ਨੂੰ ਵੀ ਕਿਸੇ ਨੇ ਇਹੋ ਜਿਹਾ ਭੇਟਾ ਕੀਤਾ, ਸਿਮਰਨਾ ਸੀ ਬੜਾ ਸੋਹਣਾ। ਸਤਿਗੁਰਾਂ ਨੇ ਐਂ ਰੱਖ ਕੇ ਲੰਗਰ ਵੱਲ ਗੇੜਾ ਮਾਰਨ ਚਲੇ ਕਿ ਵੀ ਦੇਖ ਕੇ ਆਈਏ। ਆਉਂਦਿਆਂ ਨੂੰ ਉਹਨੇ ਚੱਕ ਕੇ ਉਹ ਜਿਹੜਾ ਕੱਪੜਾ ਜਿਹਾ ਸ਼ਾਇਦ ਥੱਲੇ ਦੇ ਲਿਆ, ਫਿਰ ਬਹਿ ਗਿਆ ਇੱਦਾਂ ਕਰਕੇ। ਸਤਿਗੁਰੂ ਕਹਿੰਦੇ ਸਾਡਾ ਸਿਮਰਨਾ ਸੀ ਇੱਥੇ। ਹੁਣ ਜਿਹੜੀ ਸੰਗਤ ਕਹਿੰਦੀ ਸੀ ਬੜੇ ਮਹਾਂਪੁਰਖ ਨੇ ਬਾਹਰੇ, ਹੁਣ ਦਾ ਪੜਦਾ ਵੀ ਘੇੜਨਾ ਸੀ ਮਹਾਰਾਜ ਨੇ। ਮਹਾਰਾਜ ਜੀ ਕਹਿੰਦੇ ਦੇਖੋ ਤਾਂ ਸਾਰੇ, ਇਹਦੇ ਕੋਲ ਦੇਖ, ਇਹਦੇ ਕੋਲ ਦੇਖ, ਉਹਦੇ ਕੋਲ ਵੀ ਦੇਖਿਆ। ਨਾ ਜੀ ਨਾ, ਅਸੀਂ ਕਿਤੇ ਚੋਰ। ਉਹ ਕੁਦਰਤੀ ਐ, ਉੱਥੋਂ ਹਵਾ ਦਾ ਬੜਾ ਤਕੜਾ ਬੁੱਲਾ ਆਇਆ, ਐਂ ਕੱਪੜਾ ਉੱਡ ਗਿਆ, ਐ ਥੱਲੇ ਪਿਆ ਉਹਦੇ। ਤਾਂ ਸਤਿਗੁਰੂ ਨੇ ਸ਼ਬਦ ਉਚਾਰਿਆ, ਮੈਂ ਜਾਣਿਆ ਵਡਹੰਸ ਹੈ, ਤਾਂ ਮੈਂ ਕੀਆ ਸੰਗ, ਜੇ ਜਾਣਾ ਬੱਗ ਬੱਪੜਾ। ਜਿਵੇਂ ਜਾਣਦਾ ਵੀ ਇਹ ਵਿਚਾਰਾ ਤਾਂ ਬਗਲ ਹੈ, ਤਾਂ ਜਨਮ ਨਾ ਦਿੰਦੀ ਅੰਗ, ਤਾਂ ਮੈਂ ਸ਼ੁਰੂ ਤੋਂ ਕੋਲ ਹੀ ਨਾ ਬਿਠਾਉਂਦਾ ਇਹਨੂੰ। ਤਾਂ ਐਸੇ ਜਿਹੜੇ ਸਾਡੇ ਅੱਜ ਕੱਲ੍ਹ ਜੀਵਨ ਨੇ, ਗਿਰਾਵਟ ਵੱਲ ਜੀਵਨ ਅੰਦਰੋਂ ਜਾ ਰਹੇ ਆ। ਮਜਾਲ ਆ ਕੋਈ ਸੱਚ ਬੋਲ ਜੇ, ਆਸ ਕਰਦੇ ਸੱਚ ਬੋਲੂਗਾ, ਸੱਚ ਨਹੀਂ ਬੋਲਦਾ। ਇਸ ਕਰਕੇ ਆਪਾਂ ਕਹਿੰਦੇ ਅਸੀਂ ਬਰਸੀ 'ਤੇ ਆਏ ਹਾਂ। ਬਾਬਾ ਆਨੰਦ ਸਿੰਘ ਜੀ 24 ਕੈਰਟ ਸੋਨਾ ਜਿੰਨਾ ਸਾਹਮਣੇ ਫਿੱਕਾ ਪੈ ਜਾਂਦਾ, ਇੰਨੇ ਸ਼ੁੱਧ ਮਹਾਂਪੁਰਖ। ਬਾਬਾ ਈਸ਼ਰ ਸਿੰਘ ਦੀ ਜਿਨ੍ਹਾਂ ਦੇ ਜਨਮ ਦਿਨ 'ਤੇ ਇਕੱਠੇ ਹੁੰਦੇ ਆ, ਉਹਨਾਂ ਮਹਾਂਪੁਰਖਾਂ ਨੇ ਉਹਨਾਂ ਦੀ ਸੇਵਾ ਕੀਤੀ। ਉਹੀ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਮਹਾਂਪੁਰਖਾਂ ਨੇ ਉਹਨਾਂ ਦੀ ਸੇਵਾ ਕੀਤੀ। ਇਹ ਅੱਗੇ ਤੋਂ ਅੱਗੇ ਲਾਗ ਲੱਗਦੀ ਹੁੰਦੀ ਆ, ਅੱਗੇ ਤੋਂ ਅੱਗੇ ਕਿਰਪਾ ਹੁੰਦੀ ਆ। ਹੁਣ ਵੀ ਆਪਾਂ ਇਹ ਨਹੀਂ ਕਹਿ ਸਕਦੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਤੁਸੀਂ, ਮੈਂ ਅੱਜ ਵੀ ਸਿੰਘਾਂ ਨੂੰ ਉੱਥੇ ਵੀ ਬੇਨਤੀ ਕਰਦਾ ਲੰਗਰ 'ਚ, ਵੀ ਤੁਸੀਂ ਕਿਉਂ ਨਹੀਂ ਮਿਹਨਤ ਕਰਦੇ? ਤੁਸੀਂ ਕਿਉਂ ਆਪਣੇ ਅੰਦਰਲੀ ਜੋਤ ਨੂੰ ਪ੍ਰਗਟ ਨਹੀਂ ਕਰਦੇ? ਤੁਸੀਂ ਕਿਉਂ ਨਹੀਂ ਤੀਸਰਾ ਨੇਤਰ ਖੋਲ੍ਹਦੇ? ਮੈਨੂੰ ਕਿਉਂ ਇੰਨਾ ਜ਼ੋਰ ਲਾਉਣਾ ਪੈਂਦਾ? ਜੇ ਮੈਂ ਕਹਾਂ ਓਏ ਗੁਰਮੁਖੋ, ਓਏ ਆ ਬਾਬਾ ਈਸ਼ਰ ਸੋਹਣੀ ਇੱਥੇ ਬੈਠੇ, ਤੁਸੀਂ ਕਹੋਗੇ ਹਾਂ ਬੈਠੇ ਆ, ਫਿਰ ਤੁਸੀਂ ਕਹੋਗੇ ਕੀ ਪਤਾ ਕਿੰਨੇ ਇੱਕ ਸਾਧੂ ਅੰਦਰ ਭਰਿਆ ਪਿਆ ਇੱਥੇ ਬੈਠੇ। ਫਿਰ ਇਹ ਗੱਲ ਸਾਨੂੰ ਝੂਠੀ ਲੱਗਣ ਲੱਗ ਜਾਂਦੀ ਹੈ। ਅਭਿਆਸ ਹੈ ਨਹੀਂ, ਨਾਮ ਹੈ ਨਹੀਂ, ਕਮਾਈ ਹੈ ਨਹੀਂ, ਸਾਰਾ ਕੁਛ ਹੀ ਹੈ। ਜਿਵੇਂ ਬਾਬਾ ਮਹਾਂਪੁਰਖੋ ਮੇਜਰ ਹਰਭਜਨ ਸਿੰਘ ਜੀ ਚੰਡੀਗੜ੍ਹ ਵਾਲੇ, ਉਹਨਾਂ ਦੀ ਪੁਸਤਕ 'ਚ ਵੀ ਮੈਂ ਪਹਿਲਾਂ ਉਦਾਹਰਣ ਦਿੱਤੀ ਸੀ ਇੱਕ, ਬਹੁਤ ਸੁੰਦਰ ਪੁਸਤਕ ਆ ਉਹਨਾਂ ਦੀ। ਹੁਣ ਤਾਂ ਅੰਮ੍ਰਿਤਸਰ ਵੀ ਛਪਣ ਲੱਗ ਗਈ। ਉਹ ਭਾਈ ਚਤਰ ਸਿੰਘ ਜੀਵਨ ਸੋਹਣਾ ਛਾਪੀ ਹੈ, ਭਜਨ ਬੰਦਗੀ ਦਾ ਪ੍ਰਤਾਪ, ਕਦੇ ਜਾਓ ਲੈ ਲਿਓ।
ਉਹਨਾਂ ਨੇ ਬਹੁਤ ਸਾਰੇ ਕਈ ਸਾਧੂ ਸੰਤਾਂ ਦੇ ਐਸੇ ਬਚਨ ਸੁਣਾਏ ਹੋਏ ਨੇ। ਇਸ ਕਰਕੇ ਕਈ ਵਾਰ ਉਹਨਾਂ 'ਚੋਂ ਵੀ ਅਸੀਂ ਉਦਾਹਰਣ ਦਿੰਦੇ ਹਾਂ। ਆਪ ਸੰਗਤਾਂ ਇਹ ਗੱਲ ਦਾ ਧਿਆਨ ਦਿਓ, ਹਾਜ਼ਰ ਨਾਜ਼ਰ ਜਾਣੋ, ਫਿਰ ਮਨ 'ਤੇ ਵੀ ਪ੍ਰਭਾਵ ਪੈਂਦਾ। ਜਾਣੋ ਤਾਂ ਹੈ, ਨਾ ਜਾਣੋ ਤਾਂ ਕੁਛ ਵੀ ਨਹੀਂ ਹੈ। ਜਾਣੋ ਤਾਂ ਗੁਰੂ ਗ੍ਰੰਥ ਸਾਹਿਬ ਪਰਮਾਤਮਾ ਆਪ ਹੈ, ਪ੍ਰਕਾਸ਼ਮਾਨ ਹੈ। ਕੱਲ੍ਹ ਵੀ ਅਸੀਂ ਉੱਧਰ ਕਥਾ ਕਰਨ ਗਏ ਨਾਨਕਸਰ ਕਰਨਾਲ ਵੱਲ ਸਿੰਘੜੇ, ਉੱਥੇ ਮੈਂ ਇਹ ਉਦਾਹਰਣ ਦਿੱਤੀ ਸੰਗਤ ਨੂੰ ਕਿ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਉਹ ਸਾਰੇ ਨਹੀਂ, ਜਿਹੜਾ ਸਾਰੇ ਨਹੀਂ, ਸਾਰੇ ਮਤਲਬ ਪਾਇਆ ਹੋਇਆ, ਅਰਥ ਇਹਦਾ ਸਾਰੇ ਦਾ ਪਾਇਆ ਹੋਇਆ। ਗੁਰ ਬਾਣੀ ਕਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਆਉਂਦਾ। ਰਾਗੀ ਸਿੰਘ ਆਸਾ ਦੀ ਆਵਾਜ਼ ਲਾਉਂਦੇ, ਹੁਣ ਵੀ ਕੀਰਤਨ ਹੋ ਕੇ ਤੇ ਫਿਰ ਜਿਹੜਾ ਮੂਹਰੇ ਸੇਵਕ ਬੈਠਾ, ਸੇਵਕ ਜਨ ਮੰਨ ਹੈ ਵੀ ਇੱਕ ਹੁਕਮ ਹੋ ਗਿਆ, ਉਹਨੂੰ ਮੰਨ ਲੈਣਾ। ਭਗਤ ਕਬੀਰ ਜੀ ਨੂੰ ਰਾਮਾਨੰਦ ਜੀ ਨੇ ਕਿਹਾ ਰਾਮ ਕੇ ਰਾਮ ਕਹੋ, ਉਹਨਾਂ ਨੇ ਨਹੀਂ ਮੁੜ ਕੇ ਦੇਖਿਆ। ਬਸ ਉਹਨਾਂ ਨੇ ਸਾਰੀ ਜ਼ਿੰਦਗੀ ਅਭਿਆਸ ਕਰ ਕਰਕੇ ਉਹ ਰਾਮ ਰੂਪ ਹੋ ਗਏ। ਕਬੀਰ ਮਨ ਨਿਰਮਲ ਭਇਆ, ਲੱਗ ਲਬੇੜ ਹੈ ਨਹੀਂ ਅੰਦਰ, ਕੋਈ ਇੱਛਾ ਨਹੀਂ, ਉਹ ਲੈ ਹੀ ਨਹੀਂ ਹੋ ਰਿਹਾ। ਜਦੋਂ ਅੱਜ ਆਪਣੇ ਗੁਰਸਿੱਖਾਂ ਵੱਲ ਦੇਖਦੇ ਹਾਂ, ਫਿਰ ਲੱਭਦੇ ਹਾਂ ਵੀ ਉਹ ਕੋਈ ਹੋਊਗਾ ਹੁਣ ਇਹੋ ਜਿਹਾ ਮਿਲੂਗਾ, ਕੋਈ ਗੁਰਮੁਖ ਪਿਆਰਾ ਮਿਲੂਗਾ ਇਹੋ ਜਿਹਾ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ। ਨਿਰਮਲ ਮਨਾਂ ਵਾਲਿਆਂ ਦੇ ਪਿੱਛੇ ਹੈ ਤਾਂ ਕੋਲੇ ਅੰਦਰ ਹੀ ਹੈ, ਹੁਣ ਵੀ ਤਾਂ ਕੋਲੇ ਹੀ ਹੈ ਤੁਹਾਡੇ, ਹੁਣ ਵੀ ਤਾਂ ਸਾਰਿਆਂ ਦੇ ਅੰਦਰ ਹੀ ਆ ਉਹ। ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪ੍ਰਤੱਖ ਜਦੋਂ ਆਪਾਂ ਸੇਵਕ ਜਨ ਬਣ ਕੇ ਮੰਨਣ ਕਰਦੇ ਹਾਂ ਬਾਣੀ ਦੀਆਂ ਪੰਕਤੀਆਂ ਦਾ, ਤਾਂ ਗੁਰੂ ਪ੍ਰਤੱਖ ਹੋ ਕੇ ਦਿਖ ਜਾਂਦਾ। ਫਿਰ ਪ੍ਰਤੱਖ ਗੁਰੂ ਦਿਖਦਾ ਫਿਰ ਕਿ ਬਾਬਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਖਿਆਤ ਸਾਹਮਣੇ ਨਜ਼ਰ ਆਉਂਦੇ ਨੇ। ਮਿਹਨਤ ਹੈ, ਅਭਿਆਸ ਹੈ। ਹੁਣ ਮਹਾਂਪੁਰਖਾਂ ਨੂੰ ਕਈਆਂ ਨੇ ਕਿਹਾ ਵੀ ਸਾਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਓ, ਕਰਾ ਤੇ ਚਿੱਤਰਕਾਰ ਨੂੰ ਵੀ ਕਰਾਏ ਸੀ। ਇਹ ਠੀਕ ਹੈ ਕਿ ਉਹ ਫਿਰ ਇੱਕ ਗੱਲ ਹੈ ਵੀ ਗੁਰੂ ਨਾਨਕ ਸਾਹਿਬ ਦਾ ਚਿੱਤਰ ਬਣਾਉਣਾ ਹੀ ਬਹੁਤ ਔਖਾ ਹੈ। ਹੂਬਹੂ ਉਸ ਤਰ੍ਹਾਂ ਤਾਂ ਨਹੀਂ ਬਣ ਸਕਦਾ ਕਿਸੇ ਤੋਂ। ਮਹਾਂਪੁਰਖ ਕਿਰਪਾ ਕਰ ਦੇਣ ਤਾਂ ਭਾਵੇਂ ਬਣ ਜੇ। ਐ ਤਾਂ ਮਹਾਰਾਜ ਦੇ ਹੁੰਦਿਆਂ ਵੀ ਚਿੱਤਰ ਬਣੇ ਨੇ। 6ਵੇਂ ਪਾਤਸ਼ਾਹ ਦਾ ਵੀ ਪਿਆ, ਸੁਰ ਸਿੰਘ ਪਿਆ ਚਿੱਤਰ ਬਣਿਆ ਹੋਇਆ, 9ਵਿਆਂ ਦਾ ਵੀ ਕਿਤੇ ਪਿਆ। ਕਈਆਂ ਨੇ ਸ਼ਰਧਾ ਨਾਲ ਕਹਿਣਾ ਮਹਾਰਾਜ ਅਸੀਂ ਬਣਾ ਲਈਏ ਚਿੱਤਰ, ਬਣਾ ਲਓ ਭਾਈ। ਨਾਲ ਰਲਦਾ ਮਿਲਦਾ ਬਣ ਜਾਂਦਾ, ਪਰ ਸੇਮ ਬਣਾਉਣਾ ਬਹੁਤ ਔਖਾ। ਮੈਂ ਕਿਸੇ ਮਹਾਂਪੁਰਖ ਨੂੰ ਪੁੱਛਿਆ ਵੀ ਜਦ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਦਰਸ਼ਨ ਦਿੱਤੇ ਕਿਹਾ ਜਿਹਾ ਚਿਹਰਾ ਸੀ? ਕਹਿੰਦੇ ਬਿਆਨ ਹੀ ਨਹੀਂ ਹੁੰਦਾ। ਕਹਿੰਦੇ ਜਿਵੇਂ ਸੂਰਜ ਨਹੀਂ ਹੈ ਚਮਕਦਾ, ਸਾਈਡਾਂ ਨੂੰ ਕਿਰਨਾਂ ਨਿਕਲਦੀਆਂ। ਕਹਿੰਦੇ ਜਦ ਮੈਂ ਉਹਨਾਂ ਦਾ ਚਿਹਰਾ ਤੱਕਿਆ ਤੇ ਐ ਪ੍ਰਕਾਸ਼ ਹੀ ਨਿਕਲਦਾ ਚਾਰੇ ਪਾਸੇ ਨੂੰ, ਕਹਿੰਦੇ ਬ੍ਰਹਿਮੰਡਾਂ 'ਚ ਫੈਲਿਆ। ਕਹਿੰਦੇ ਅੱਖਾਂ ਹੀ ਝੰਧਿਆ ਗਈਆਂ, ਇੱਕੋ ਵਾਰ ਐ ਝਾਕ ਹੋਇਆ, ਦੁਬਾਰਾ ਤਾਂ ਹੀ ਨਹੀਂ ਦੇਖ ਹੋਇਆ। ਕਈ ਘੰਟਿਆਂ ਤੱਕ ਬਸ ਅੱਖਾਂ ਮੂਹਰੇ ਫਿਰ ਹੋਰ ਕੁਛ ਆਉਣ ਲੱਗ ਜਾਂਦਾ। ਜੇ ਮੈਂ ਤੁਹਾਨੂੰ ਕਹਿੰਦਾ ਅੱਖਾਂ ਮੂਹਰੇ ਹਨੇਰਾ ਆਉਣਾ, ਫਿਰ ਇਹ ਗੱਲ ਪੁੱਠੀ ਹੋ ਜਾਣੀ ਹੈ। ਹਨੇਰੇ ਐ ਜਿਹਦੇ ਆਪਾਂ ਬੱਲਬ 10,000 ਵਾਟ ਦਾ ਬੱਲਬ ਹੋਵੇ ਨਾ, ਉਹਦੇ ਵੱਲ ਦੇਖੀ ਜਾਓ, ਬਾਅਦ 'ਚ ਐਂ ਨੂੰ ਦੇਖੋ, ਇੱਧਰ ਨੂੰ ਦਿਖਣਾ ਹੀ ਕੁਛ ਨਹੀਂ। ਜਿੱਥੇ ਮਹਾਰਾਜ ਦੇ ਦਰਸ਼ਨ ਜਦੋਂ ਹੁੰਦੇ ਆ, ਇੰਨਾ ਪ੍ਰਕਾਸ਼ ਹੁੰਦਾ ਉਹਨਾਂ ਦਾ, ਤਾਂ ਉਸ ਵਕਤ ਸਾਧ ਸੰਗਤ ਜੀ ਬੜੀ ਕਿਰਪਾ ਮਹਾਰਾਜ ਦੀ ਹੁੰਦੀ। ਕਈਆਂ ਨੂੰ ਹੁੰਦੇ, ਦੇਖੋ ਕਈਆਂ ਨੂੰ ਮਾਇਆਵੀ ਦਰਸ਼ਨ ਹੁੰਦੇ ਆ। ਕਈ ਕਹਿਣਗੇ ਮੈਨੂੰ ਦਰਸ਼ਨ ਹੋਏ, ਪਰ ਫਿਰ ਵੀ ਘਰ 'ਚ ਝਗੜਾ ਲੜਾਈ ਤੂਫਾਨ ਹੀ ਚੱਲਿਆ ਰਹਿੰਦਾ। ਇਹ ਇੱਕ ਮਾਇਆ ਬੜਾ ਖਰਾਬ ਕਰਦੀ, ਇੱਕ ਜਿਹੜੇ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਖਰਾਬ ਕਰਦੀਆਂ। ਹੁਣ ਇਹ ਅੰਦਰੂਨੀ ਚੀਜ਼ਾਂ ਨੇ ਸਾਰੇ। ਇਹਦੇ ਲਈ ਆਪਾਂ ਸਿਰਫ ਆਸਣ 'ਤੇ ਬਹਿ ਕੇ ਜਿਵੇਂ ਕੋਈ ਅਭਿਆਸੀ ਅਭਿਆਸ ਕਰਦਾ ਉਹਨੂੰ ਹੀ ਦੱਸ ਸਕਦਾ। ਹੁਣ ਮੈਨੂੰ ਸਾਰੇ ਮਹਾਤਮਾ ਮਨਾ ਕਰਦੇ ਵੀ ਤੂੰ ਰੂਹਾਨੀਅਤ ਦੀ ਗੱਲ ਘੱਟ ਕਰਿਆ ਕਰ, ਇਹਨਾਂ ਦੇ ਪੱਲੇ ਨਹੀਂ ਪੈਂਦੀ, ਤੂੰ ਸਾਰਿਆਂ ਨੂੰ ਸੁਣਾਉਣ ਲੱਗ ਜਾਂਦਾ ਵੀ ਜਦ ਇਹ ਹੈ ਹੀ ਨਹੀਂ ਗੇ, ਇਸ ਦਾ ਲਾਇਕ ਨਹੀਂ ਬੰਦਾ। ਬਈ
ਉਹ ਤਾਂ ਉਸੇ ਕਲਾਸ ਦਾ ਹੀ ਬੰਦਾ ਆਵੇ, ਫਿਰ ਹੀ ਉਹਨੂੰ ਸਮਝਾਇਆ ਜਾ ਸਕਦਾ ਵੀ ਹੁਣ ਇਹ ਚੀਜ਼ਾਂ ਫਿਰ ਕਲਯੁਗ ਕਰਕੇ ਅਧਿਆਤਮਕਵਾਦ ਨੂੰ ਸੰਕੋਚਣਾ ਪਏਗਾ ਆਪਾਂ ਨੂੰ। ਸਿਰਫ ਓਨੀ ਕੀ ਗੱਲ ਕਰੋ, ਉੱਪਰਲੀ ਜਿੰਨੀ ਅਰਥ ਹੈ, ਅਰਥ ਨੂੰ ਖੋਲ੍ਹ ਸਕਦੇ ਆਪਾਂ, ਪਰ ਉਹ ਖੋਲ੍ਹਣ ਦਾ ਫਾਇਦਾ ਨਹੀਂ ਉਹਦੇ ਮੂਹਰੇ। ਕਿਉਂ? ਕਿਉਂਕਿ ਉਹ ਉੱਥੇ ਤੱਕ ਦੀ ਅਵਸਥਾ ਦਾ ਹੀ ਮਾਲਕ, ਹਲੇ ਅੰਮ੍ਰਿਤ ਉਹਨੇ ਛਕਿਆ ਨਹੀਂ। ਜਦ ਅੰਮ੍ਰਿਤ ਨਹੀਂ ਛਕਿਆ, ਜਦੋਂ ਨਿਤਨੇਮ ਨਹੀਂ ਕੀਤਾ, 2.5 ਘੰਟੇ ਦਾ ਚੌਂਕੜਾ ਵੀ ਹੈ ਨਹੀਂ ਉਹਦਾ, ਕੋਈ ਉਹਦੇ ਅੰਦਰ ਪ੍ਰਕਾਸ਼ ਹੈ ਨਹੀਂ, ਉਹਦਾ ਤੀਸਰਾ ਨੇਤਰ ਵੀ ਨਹੀਂ ਖੁੱਲ੍ਹਿਆ ਹਲੇ ਤੱਕ, ਕੋਈ ਕੁਛ ਵੀ ਨਹੀਂ ਹੋਇਆ, ਉਹਨੂੰ ਆਪਾਂ ਕੀ ਸੁਣਾ ਸਕਦੇ ਹਾਂ? ਉਹ ਕੀ ਸਮਝ ਸਕਦੇ ਆ ਕਿ ਮਹਾਂਪੁਰਖ ਕੌਣ ਹੁੰਦੇ ਨੇ? ਇਸ ਕਰਕੇ ਸਾਧ ਸੰਗਤ, ਬਾਬਾ ਜੀ ਨੇ ਇੱਥੇ ਲਿਖ ਕੇ ਲਾਇਆ ਕਲੇਰੀ ਵੀ 80 ਮਾਲਾ ਕਰੋ ਭਾਈ, ਇੰਨੇ ਪਾਠ ਕਰੋ ਭਾਈ। ਉਹਦੇ 'ਤੇ ਕਿੰਨੀ ਕਿ ਸਾਡੀ ਸੰਗਤ ਚੱਲਦੀ ਹੈ। 80 ਮਾਲਾ ਜਦ ਅਸੀਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ 1980 'ਚ ਗਏ, ਰਾਗੀ ਹਰਭਜਨ ਸਿੰਘ ਜੀ ਨੇ ਬੁਲਾਇਆ ਸੀ ਉਦੋਂ, ਮਹਾਰਾਜ ਜ਼ਰੂਰ ਆ ਕੇ ਜਾਇਓ। ਮਹਾਂਪੁਰਖਾਂ ਨੇ ਵੈਸੇ ਉਦੋਂ ਤਾਂ ਆਪ ਹੀ ਕਿਹਾ ਸੀ, ਹੁਣ ਮੈਨੂੰ ਨਹੀਂ ਪਤਾ ਵੀ ਇਹ ਕੀ ਗੱਲ ਸੀ। ਕਹਿੰਦੇ ਅੱਜ ਕਲੇਰੀ ਜਾਣਾ, ਗੱਡੀ ਕੱਢੋ। ਦੁਪਹਿਰੇ ਅਸੀਂ ਛੋਟੀ ਬੱਸ ਸੀ ਸਾਡੇ ਕੋਲੋਂ ਕੱਢੀ, ਉਹ ਘੱਟ ਸੀਟਾਂ ਸੀ ਥੋੜ੍ਹੀਆਂ, ਉਹਦੀਆਂ 60 ਸੀਟਾਂ ਤੋਂ ਵੀ ਘੱਟ ਸੀ। ਮੈਂ ਕੋਲ ਬੈਠੇ ਨੇ ਪੁੱਛਿਆ ਵੀ ਅੱਜ ਅਚਾਨਕ ਹੀ ਕਲੇਰਾਂ ਨੂੰ ਜਾਣ ਲਈ ਕਿਹਾ। ਕਹਿੰਦੇ ਬਸ ਕੋਈ ਗੱਲ ਹੁੰਦੀ ਕਈ ਵਾਰ ਬਾਹਲਾ ਨਹੀਂ ਪੁੱਛੀਦਾ ਹੁੰਦਾ। ਜਦ ਚਲੇ ਗਏ, ਜਦ ਭੋਰਾ ਸਾਹਿਬ ਦੇ ਬਾਹਰ ਦਰਵਾਜ਼ੇ 'ਤੇ ਖੜ੍ਹੇ, ਬਾਬਾ ਜੀ ਉਹ ਪੜ੍ਹਨ ਲੱਗ ਗਏ 80 ਮਾਲਾ, ਇੰਨੇ ਜਪਜੀ ਸਾਹਿਬ, ਇਹਨੇ। ਬਾਬਾ ਹਰਭਜਨ ਸਿੰਘ ਨੂੰ ਹੱਥ ਜੋੜ ਕੇ ਕਹਿੰਦੇ ਬਾਬਾ ਜੀ ਅਸੀਂ ਤਾਂ ਲਾਇਕ ਨਹੀਂ ਹੈ ਅੰਦਰ ਜਾਣ ਦੇ, ਅਸੀਂ ਇੰਨਾ ਕਰ ਨਹੀਂ ਸਕਣਾ। ਬਾਬਾ ਹਰਭਜਨ ਸਿੰਘ ਜੀ ਰਾਗੀ ਜੀ ਸੀ, ਉਹ ਹੱਸ ਪਏ, ਕਹਿੰਦੇ ਮਹਾਰਾਜ ਇਹ ਤੁਹਾਡੇ ਲਈ ਨਹੀਂ ਹੈ। ਹੁਣ ਇੱਥੇ ਲਿਖੇ ਜਿੰਨੇ ਜਪਜੀ ਸਾਹਿਬ ਤੁਸੀਂ ਕਰਦੇ ਹੋ ਰੋਜ਼ 150, ਤੁਸੀਂ ਕਿਉਂ ਨਹੀਂ ਲਾਇਕ ਹੈਗੇ? ਕਹਿੰਦੇ ਚੰਗਾ ਫਿਰ ਸਾਨੂੰ ਹੁਣ ਬਖਸ਼ ਲਿਓ, ਅਸੀਂ ਇੰਨਾ ਕਰ ਨਹੀਂ ਸਕਣਾ। ਪਹਿਲਾਂ ਹੀ ਮਾਫੀ ਮੰਗ ਲਈ ਸੀ ਉੱਥੇ। ਭੋਰਾ ਸਾਹਿਬ ਦੇ ਦਰਸ਼ਨ ਕੀਤੇ, ਸਾਰਿਆਂ ਨੂੰ ਦਰਸ਼ਨ ਕਰਾਏ। ਇਹ ਰੱਬ ਜਾਣੇ ਵੀ ਉਹਨਾਂ ਦਾ ਕੀ ਕੌਤਕ ਸੀ। ਉਦੋਂ ਈਸੇ ਖਾਂ ਦੇ ਕੋਟ ਵਾਲੀ ਸੜਕ ਤੋਂ ਅਸੀਂ ਫੇਰ ਵਾਪਸ ਮੁੜੇ, ਤਾਂ ਰਸਤੇ ਵਿੱਚ ਕਈ ਕੁਝ ਦੱਸਿਆ ਫਿਰ ਮੈਨੂੰ। ਹੁਣ ਤੁਹਾਡੇ ਮਨਾਂ 'ਚ ਆਉਣੀ ਉਹ ਦੱਸ ਦੇ, ਤਾਂ ਹੁਣ ਨਹੀਂ ਦੱਸਿਆ ਕਰਨੀ। ਸਟੇਜ ਦੇ ਉੱਤੇ ਅਧਿਆਤਮਕ ਪ੍ਰਚਾਰ ਨਹੀਂ ਕਰਨਾ, ਬੰਦ ਕਰਤਾ ਬਿਲਕੁਲ, ਕੁਛ ਨਹੀਂ ਦੱਸਣਾ ਤੁਹਾਨੂੰ। ਜਿਹਦੇ ਅਵਸਥਾ ਉਹ ਮੈਨੂੰ ਪੁੱਛ ਲਓ ਆ ਕੇ, ਜਿਹੜਾ ਜਗਿਆਸੂ ਆ ਉਹ ਪੁੱਛ ਲਓ। ਆਪਣੇ ਹੁਣ ਕੇਵਲ ਅੱਖਰੀ ਅਰਥ ਨੇ, ਸ਼ਬਦੀ ਅਰਥ ਨੇ, ਬਸ ਇਤਿਹਾਸਕ ਚੀਜ਼ਾਂ ਨੇ। ਭਾਈ 5 ਬਾਣੀਆਂ ਪੜ੍ਹਿਆ ਕਰੋ ਭਾਈ, ਰਹਿ ਰਾਸ ਕੀਰਤਨ ਸੋਲਾ ਕਰਿਆ ਕਰੋ ਭਾਈ। ਇਹ ਜ਼ਰੂਰ ਕਹੂੰਗਾ ਵੀ ਜਿਹੜੇ 4 ਸ਼ਬਦ ਪਹਿਲੇ 16 ਸਾਹਿਬ ਤੋਂ ਬੰਦ ਨਾ ਕਰੋ, ਉਹਨਾਂ ਨੂੰ ਜ਼ਰੂਰ ਪੜ੍ਹੋ, ਉਹਦੇ ਨਾਲ ਸਬਕਾ ਵਾਧਾ ਕਰੋ। ਸਿਰ ਮਸਤਕ ਰੱਖਿਆ ਪਾਰ ਬ੍ਰਹਮ ਵੀ ਲਿਖਿਆ ਹੋਇਆ, ਉਹਨਾਂ ਸ਼ਬਦਾਂ ਦਾ ਅਭਿਆਸ ਕਰੋ। ਪਹਿਲਾਂ ਆਪਣੇ ਜੀਵਨ ਨੂੰ ਉੱਥੇ ਤੱਕ ਲੈ ਕੇ ਜਾਓ। ਪਹਿਲਾਂ ਤਾਂ ਇਹੀ ਮਨ 'ਚ ਲਿਆਓ ਵੀ ਰੱਬਾ ਮੈਥੋਂ ਕਦੇ ਝੂਠ ਨਾ ਬੋਲਿਆ ਜਾਵੇ, ਬਸ ਮੈਥੋਂ ਕਦੇ ਕੋਈ ਗੱਲ ਗਲਤ ਨਾ ਹੋਵੇ, ਮੈਥੋਂ ਕਦੇ ਕਿਸੇ ਦਾ ਦਿਲ ਨਾ ਦੁਖੇ। ਕਿਉਂ? ਮਹਾਰਾਜ ਕਹਿੰਦੇ ਸੰਤਨ ਦੁੱਖ ਪਾਏ ਤੇ ਦੁਖੀ। ਪਰਮਾਤਮਾ ਦੁਖੀ ਕਦੋਂ ਹੁੰਦੇ? ਜਦੋਂ ਸੰਤ ਮਹਾਤਮਾ ਨੂੰ ਦੁੱਖ ਦਿੰਦੇ ਆਪਾਂ। ਸੁਖ ਪਾਏ ਸਾਧਨ ਕੇ ਸੁਖੀ। ਇਸ ਕਰਕੇ ਚੰਗੀਆਂ ਚੰਗੀਆਂ ਚੀਜ਼ਾਂ ਨੂੰ ਪਹਿਲਾਂ ਆਪਣੇ ਦੇਖੋ। ਤੁਸੀਂ ਕਹਿੰਦੇ ਮੈਂ ਇੰਨਾ ਪਾਠ ਕਰਦਾ, ਮੈਂ ਇੰਨਾ ਕਰਦਾ, ਮੇਰਾ ਮਨ ਨਹੀਂ ਟਿਕਦਾ। ਤੂੰ ਐਂ ਤਾਂ ਦੱਸਿਆ ਨਹੀਂ ਅੱਜ ਤੂੰ ਦਿਨ 'ਚ ਕਿੰਨੀ ਵਾਰ ਝੂਠ ਬੋਲ ਕੇ ਆਇਆ, ਕਿੰਨੀ ਤੂੰ ਹੇਰਾ ਫੇਰੀ ਦੀ ਕਮਾਈ ਕਰਕੇ ਆਇਆ, ਕਿੰਨੀਆਂ ਗਲਤ ਚੀਜ਼ਾਂ ਖਾ ਕੇ ਆਇਆ। ਮਨ ਨੇ ਕਿੱਥੋਂ ਟਿਕਣਾ? ਜਦੋਂ ਆ ਪੰਜਾ ਦੀ ਗੱਲ ਚੱਲ ਵੀ ਕਲੇਰੀ ਪੰਜਾ ਲੱਗਦਾ ਸੀ ਬਾਬਾ ਜੀ ਵੇਲੇ, ਇੱਕ ਪ੍ਰੇਮੀ ਨੇ ਆਪਣੀ ਰਸਤ ਦਿੱਤੀ ਸੀ ਨਾ, ਪੰਜਾ ਲੱਗਿਆ ਨਹੀਂ। ਆ ਕੇ ਉਹਨੂੰ ਵੀ ਬੜਾ ਅਫਸੋਸ ਹੋਇਆ। ਬਾਬਾ ਜੀ ਕਹਿੰਦੇ ਪ੍ਰੇਮੀਆਂ ਕਮਾਈ ਨਹੀਂ ਤੇਰੀ ਠੀਕ ਭਾਈ, ਹੱਕ ਦੀ ਕਮਾਈ ਕਰਕੇ ਪੈਸਾ ਲਿਆ, ਫਿਰ ਉਹਦਾ ਰਸਤ ਲਿਆਈ। ਫਿਰ ਜਗਰਾਮੀ ਜਾ ਕੇ ਉਹਨੇ ਉਹ ਹੱਥ ਨਾਲ ਫੜਨਾ ਰੇੜਾ ਜਿਹਾ ਚਲਾਇਆ। ਮੈਂ ਸੁਣਿਆ ਜੋ ਉਹਦੇ ਵਿੱਚ ਕਿ ਉਹ 75 ਪੈਸੇ ਲੈ ਕੇ ਆਇਆ, ਉਹਦੀ ਉਹ ਰਸਤ ਲਿਆਇਆ, ਫਿਰ ਅਰਦਾਸ ਕੀਤੀ, ਫਿਰ ਜਾ ਕੇ ਕਿਤੇ ਪੰਜਾ ਲੱਗਿਆ। ਹੁਣ ਤੁਸੀਂ ਕੀ ਸਮਝਦੇ ਹੋ? ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੇ ਘਰ ਗਏ, ਪ੍ਰਸ਼ਾਦਾ ਛਕਿਆ, ਮਲਕ ਭਾਗੋ ਸੀਗਾ ਉੱਚੇ ਸਿਰ ਵਾਲਾ। ਲੋਕਾਂ ਨੇ ਕਿਹਾ ਦੇਖੋ ਸ਼ੂਦਰ ਦੇ ਘਰੇ ਗਏ ਗੁਰੂ ਨਾਨਕ ਸਾਹਿਬ, ਤੁਹਾਡੇ ਆਏ ਨਹੀਂ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਸ਼ੂਦਰ ਉਹ ਨਹੀਂ,
ਉਹ ਤਾਂ ਸ਼ੁੱਧ ਹੈ, ਸ਼ੁੱਧ ਸ਼ੂਦਰ ਤਾਂ ਤੂੰ ਹੈ ਜਿਹੜਾ ਲੋਕਾਂ ਦੀਆਂ ਇੰਨੇ ਵਿਆਜ ਤੇ ਪੈਸੇ ਦੇ ਦੇ ਕੇ ਲੋਕਾਂ ਦੇ ਖਾ ਗਿਆ। ਤੇਰੀ ਤਾਂ ਰੋਟੀ ਵਿੱਚੋਂ ਖੂਨ ਚੋਂਦਾ, ਖੂਨ। ਉਹਨੂੰ ਪ੍ਰਤੱਖ ਦਿਖਾਉਣ ਲਈ ਇਹ ਕੌਤਕ ਵਰਤਾਇਆ ਸੀ। ਇਹ ਜਿਹੜਾ ਮਾਲਕ ਹੈ ਨਾ, ਮਾਲਕ ਆਲ ਇਨ ਆਲ, ਜਿਹਨੂੰ ਕਹਿੰਦੇ ਆਪੇ ਆਪ ਨਿਰੰਜਨ ਸੋਏ ਗੁਰੂ ਨਾਨਕ ਸਾਹਿਬ ਨਿਰੰਕਾਰ ਜੀ, ਉਹ ਕਿਸੇ ਦੇ ਪੁੱਛਣ ਦੇ ਮੁਤਾਜ ਨਹੀਂ ਵੀ ਮੈਂ ਆਹ ਕਰਾਂ ਕਿ ਨਾ ਕਰਾਂ, ਪਰਮਿਸ਼ਨ ਹੈਗੀ ਮੈਨੂੰ। ਉਹ ਕਿਸੇ ਨੂੰ ਨਹੀਂ ਪੁੱਛਦੇ। ਬੇਵਜ਼ੀਰ ਵੱਡੇ ਧੀਰ ਧਰਮ ਅਗੰਮ ਅਲਖ ਅਪਾਰ ਜੀਓ, ਪੁੱਛ ਨਾ ਸਾਜੇ ਪੁੱਛ ਨਾ ਢਾਹੇ, ਪੁੱਛ ਨਾ ਲੇਵੈ ਦੇ। ਉਹ ਪੁੱਛ ਕੇ ਨਹੀਂ ਕਰਦੇ ਹੈ ਕਿਸੇ ਨੂੰ। ਆ ਚੰਗੀ ਭਲੀ ਹੁਣ ਦੁਨੀਆ ਭਾਵੇਂ ਹੁਣੇ ਹੀ ਸਾਰਾ ਸਵਾਹ ਕਰ ਦੇਣ, ਗਰਕ ਕਰ ਦੇਣ, ਤੁਸੀਂ ਰੱਬ ਨੂੰ ਖੜ ਕੇ ਪੁੱਛ ਨਹੀਂ ਸਕਦੇ ਆ ਵੀ ਇਹ ਤੂੰ ਕਿਉਂ ਕੀਤਾ। ਮੇਰੀ ਹੈ, ਮੈਂ ਚਾਹੇ ਜਿਵੇਂ ਮਰਜ਼ੀ ਕਰਾਂ, ਤੈਨੂੰ ਇਹ ਨਾਲ ਕੀ ਵੀ। ਇਹ ਗੁਰੂ ਨਾਨਕ ਸਾਹਿਬ ਜੀ ਨੇ ਨਿਚੋੜ ਕੇ ਦਿਖਾਤੀ ਸਾਰਿਆਂ ਸਾਹਮਣੇ। ਖੂਨ ਨਿਕਲ ਰਿਹਾ, ਦੇਖੋ ਕਿੰਨੀਆਂ ਇੱਕ ਇੱਕ ਟੇਪੇ 'ਚੋਂ ਸਿਸਕੀਆਂ ਨਿਕਲਦੀਆਂ ਗਰੀਬਾਂ ਦੀਆਂ। ਦੇਖ ਇਹਦੀ ਰੋਟੀ, ਦੇਖ ਦੁੱਧ ਨਿਕਲ, ਇੱਕ ਬੁਰਕੀ ਖਾ ਕੇ ਵੀ ਦੇਖ ਲੈ। ਜਦ ਉਹ ਤਾਂ ਕਿਰਪਾ ਹੀ ਕਰਨੀ ਸੀ, ਜਦ ਛਕਿਆ ਪ੍ਰਸ਼ਾਦਾ ਬਸ ਜੁੜ ਗਈਆਂ ਅੱਖਾਂ। ਕਹਿੰਦੇ ਕਿਉਂ? ਪੂੜੀਆਂ ਛੋਲੇ ਤੇ ਬੜੇ ਖਾਧੇ ਹੋਣੇ ਜ਼ਿੰਦਗੀ 'ਚ, ਬੜੀਆਂ ਮਠਿਆਈਆਂ ਖਾਧੀਆਂ ਹੋਣੀਆਂ। ਦੇਖ ਇੱਕ ਸਿੱਖ ਦੀ ਰੋਟੀ ਦੇਖ, ਇੱਕ ਕਿਰਤ ਕਰਨ ਵਾਲੇ ਦੀ ਰੋਟੀ ਦੇਖ, ਨਾਮ ਜਪਣ ਵਾਲੇ ਦੀ ਰੋਟੀ ਖਾ ਕੇ ਦੇਖ, ਦਸਵੰਧ ਕੱਢਣ ਵਾਲੇ ਦੀ ਰੋਟੀ ਖਾ ਕੇ ਦੇਖ, ਬੰਦਗੀ ਕਰਨ ਵਾਲੇ ਦੀ ਰੋਟੀ ਖਾ ਕੇ ਦੇਖ। ਇਹਦੀ ਤਾਂ ਰੋਟੀ ਖੁਦ ਹੀ ਅੰਮ੍ਰਿਤ ਬਣੀ ਪਈ ਹੈ। ਆਪਾਂ ਜੇ ਕਹੀਏ ਵੀ ਆਪਾਂ ਹੇਰਾ ਫੇਰੀ ਦਾ ਪੈਸਾ ਕਮਾ ਕੇ ਸਵਾਦਲੀਆਂ ਰੋਟੀਆਂ ਖਾਂਦੇ ਹਾਂ, ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ, ਉਹਨਾਂ ਲਈ ਉਚਾਰਨ ਕੀਤਾ। ਆਪਣੀ ਜਿਹੜੀ ਜੇਬਾਂ ਵਿੱਚ ਪੈਸੇ ਆ, ਜਿਹੜੀ ਆਪਣੇ ਕਮਾਈਆਂ ਨੇ, ਜਿਹੜਾ ਘਰਾਂ ਦੇ ਵਿੱਚ ਹੈ ਬਹੁਤ। ਹੁਣ ਤੁਸੀਂ ਇਸ ਗੱਲ ਦਾ ਅੱਜ ਕੱਲ੍ਹ ਇੱਕ ਤਾਂ ਅੰਦਰਲੇ ਮਾਦੇ ਘੱਟ ਨੇ, ਗੁੱਸੇ ਬਾਹਲੇ ਨੇ, ਗੱਲ ਨੂੰ ਸੁਣਨਾ ਵੀ ਨਹੀਂ, ਜਰਨਾ ਵੀ ਨਹੀਂ, ਉਹੀ ਛਾਲਾਂ ਮਾਰ ਲਾ ਜਾਂਦੇ ਨੇ। ਨਿਮਰਤਾ ਵੀ ਨਹੀਂ ਹੈਗੀ, ਉੱਚਾ ਹੋ ਕੇ ਮਾਣ ਨਾ ਕਰੀ। ਅੱਜ ਕੱਲ੍ਹ ਕੀ ਹੈ, ਸਾਰੀ ਗੱਲ ਕਰਦੇ ਹੀ ਗੁੱਸਾ ਆ ਜਾਂਦਾ। ਮੈਨੂੰ ਐਂ ਕਹਿਤਾ, ਜੇ ਤੱਕ ਐਂ ਸੋਚੋਗੇ ਨਾ, ਇਤਿਹਾਸ ਨਹੀਂ ਪੜ੍ਹਿਆ। ਪਹਿਲੇ ਪਾਤਸ਼ਾਹ ਦੂਜੇ ਪਾਤਸ਼ਾਹ ਦਾ ਇਤਿਹਾਸ ਪੜ੍ਹੋ, ਫਿਰ ਤੀਜਿਆਂ ਦਾ ਪੜ੍ਹੋ। ਤੀਜਿਆਂ ਨੂੰ ਕਿੰਨਾ ਕੁਛ ਲੋਕ ਬੋਲਦੇ ਸੀ। ਅਸਲ ਸਿੱਖ ਉਹ ਹੁੰਦਾ ਜਿਹੜਾ ਸਹਾਰੀ ਜਾਵੇ, ਸਹਾਰੀ ਜਾਵੇ। ਕੋਈ ਕੁਛ ਵੀ ਬੋਲੀ ਜਾਵੇ, ਉਹਨੂੰ ਸਹਾਰੀ ਜਾਵੇ, ਸਹਾਰੀ ਜਾਵੇ। ਸਹਾਰ ਸਹਾਰ ਕੇ ਹੀ ਆ ਦੇਖੋ, ਹਸਤੀ ਸਿਰਜਉ ਅੰਕਸ ਹੈ। ਹਾਥੀ ਦੇ ਸਿਰ 'ਤੇ ਜਿਵੇਂ ਕੁੰਡਾ ਕਿਵੇਂ ਚੱਲ ਜਾਂਦਾ, ਇੱਕ ਸਰੀਆ ਕੁੰਡਾ ਬਣ ਕੇ ਹਾਥੀ ਦੇ ਉੱਤੇ ਕਾਬੂ ਕਿਵੇਂ ਪਾਉਂਦਾ। ਆਹਰਣ ਜਿਉਂ ਸਿਰ ਦੇ, ਆਇਰਨ ਦੇ ਉੱਤੇ ਪਹਿਲਾਂ ਆਰਣ ਦੇ ਵਿੱਚ ਉਹਨੂੰ ਲਾਲ ਕਰਕੇ, ਫਿਰ ਰੱਖ ਕੇ ਮਚਾਕ ਦੇ ਉੱਤੇ, ਫਿਰ ਉਹ ਮਾਰ ਸੱਟਾਂ ਪੈਂਦੀਆਂ, ਥੋੜੇ ਪੈਂਦੇ ਨੇ। ਹਸਤੀ ਸਿਰਜਉ ਅੰਕਸ ਹੈ, ਅਹਰਣ ਜਿਉਂ ਸਿਰ ਦੇ, ਮਨ ਤਨ ਆਗੇ ਰਾਖ ਕੇ। ਬੜੀ ਕੁੱਟ ਪੈਂਦੀ ਹੈ ਉਹਨੂੰ, ਉੱਭੀ ਸੇਵ ਕਰੇ। ਕਹਿੰਦੇ ਉਸ ਲੋਹੇ ਵਾਂਗੂ, ਉਹ ਲੋਹੇ ਨੂੰ ਕੁੱਟ ਕੁੱਟ ਕੇ ਤਿੱਖਾ ਜਦੋਂ ਬਣਾ ਲੈਂਦੇ ਨੇ ਉਹਦਾ ਕੁੰਡਾ, ਤਾਂ ਹਾਥੀ ਦੇ ਸਿਰ ਦੇ ਉੱਤੇ ਜਾ ਕੇ ਮੁਹਾਵਤ ਦੇ ਹੱਥ ਵਿੱਚ ਉਹ ਹਾਥੀ 'ਤੇ ਰਾਜ ਕਰਦਾ। ਇੱਕ ਇੰਨਾ ਕੁ ਲੋਹੇ ਦਾ ਟੁਕੜਾ, ਜਾਂ ਗੁਰਮੁਖ ਆਪ ਨਿਵਾਰੀਏ। ਜਿਵੇਂ ਲੋਹੇ ਨੇ ਆਪਣੇ ਰੂਪ ਨੂੰ ਬਦਲ ਲਿਆ, ਕੁੰਡੇ ਦੇ ਰੂਪ 'ਚ ਬਣ ਗਿਆ, ਜਾਂ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਾਲੇ। ਤੁਸੀਂ ਕਹਿੰਦੇ ਰਾਜ ਕਰੇਗਾ ਖਾਲਸਾ, ਮੈਂ ਆਹ ਖਾਲਸੇ ਦਾ ਰਾਜ ਕਰ, ਉਹ ਤਾਂ ਹੁਣ ਕਰ ਹੀ ਰਿਹਾ। ਜਿਹੜਾ ਤੁਹਾਡੇ 'ਚੋਂ ਖਾਲਸਾ ਹੈ, ਉਹ ਜੋ ਕਲਗੀਧਰ ਨੇ ਕਿਹਾ, ਕਿਹੜਾ ਆਤਮ ਰਸ ਜੇ ਜਾਨਹੀ। ਪਹਿਲਾਂ ਆਤਮ ਰਸ ਆਇਆ, ਸੋ ਹੈ ਖਾਲਸ ਦੇਵ। ਉਹ ਖਾਲਸ ਦੇਵ ਹੈ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਪੇ। ਮੇਰੇ ਵਿੱਚ, ਪ੍ਰਭੂ ਵਿੱਚ ਤੇ ਉਹਦੇ ਵਿੱਚ ਕੋਈ ਫਰਕ ਨਹੀਂ। ਉਹਨੂੰ ਫਿਰ ਜਾ ਕੇ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਂ ਹੋ ਕਰੋ ਨਿਵਾਸ। ਇੱਥੋਂ ਤੱਕ ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰਾ ਸਤਿਗੁਰ ਪੂਰਾ। ਕਹਿੰਦੇ ਇੱਕ ਵਾਰ ਕਲਗੀਧਰ ਮਹਾਰਾਜ ਜਾ ਰਹੇ ਸੀਗੇ, ਕਹਿੰਦੇ ਮਹਾਰਾਜ ਅੱਜ ਦਰਬਾਰ ਸਾਹਿਬ ਵੱਲ ਨਹੀਂ ਜਾਣਾ। ਕਹਿੰਦੇ ਮੈਂ ਆਪਣੇ ਗੁਰੂ ਦੇ ਗੁਰੂ ਨੂੰ ਮੱਥਾ ਟੇਕ ਆਵਾਂ। ਕਹਿੰਦੇ ਉਹ ਗੁਰੂ ਦਾ ਗੁਰੂ ਕਿਹੜਾ ਆ ਗਿਆ?
ਕਹਿੰਦੇ ਪਹਿਲਾਂ ਜਿੰਨੇ ਖਾਲਸਾ ਸਾਰਿਆਂ ਨੂੰ ਭਾਈ ਸਿਰ ਝੁਕਾ ਕੇ ਆਉਣਾ। ਆ ਮੇਰਾ ਖਾਲਸਾ ਹੈ, ਮੇਰਾ ਖਾਲਸਾ ਮੇਰਾ ਸਤਿਗੁਰ ਪੂਰਾ ਹੈ। ਉਹ ਜਿਹੜੇ ਸਿੰਘ ਹੁੰਦੇ ਸੀ ਮਹਾਰਾਜ ਜੀ ਵੇਲੇ, ਸਤਿਗੁਰੂ ਉਹਨਾਂ ਅੱਗੇ ਸਿਰ ਝੁਕਾਉਂਦੇ ਸੀ ਵੀ ਧੰਨੋ ਗੁਰਮੁਖੋ, ਤੁਸੀਂ ਅੰਦਰਲੀਆਂ ਕਮਾਈਆਂ ਕਰ ਕਰਕੇ ਇੰਨੀਆਂ ਤਾਕਤਾਂ ਤੁਹਾਡੇ 'ਚ। ਕਹਿੰਦੇ ਬਚਿੱਤਰ ਸਿੰਘ, ਭਾਈ ਬਚਿੱਤਰ ਸਿੰਘ ਤੇ ਨਾਗਣੀ ਬਰਛੀ ਜੇ ਪਹਾੜ ਵਿੱਚ ਮਾਰਦਾ, ਪਹਾੜ ਦੇ ਵੀ ਟੁਕੜੇ ਕਰ ਛੱਡਦਾ, ਉਹ ਬਹੁਤ ਤਾਕਤ ਸੀ। ਪਰ ਹੁਣ ਕਿਸੇ ਦੀ ਨਾ ਤਾਂ ਕਮਾਈ ਹੈ ਅਤੇ ਨਾ ਹੀ ਕੋਈ ਗੱਲ ਹੈ, ਨਾ ਕੋਈ ਬਾਤ ਹੈ। ਇਸ ਕਰਕੇ ਮੈਂ ਇਸ ਗੱਲ 'ਤੇ ਜ਼ਿਆਦਾ ਜ਼ੋਰ ਦਊਂ, ਕਮਾਈ ਕਰੋ ਸਾਰੇ, ਮਿਹਨਤ ਕਰੋ, ਅਭਿਆਸ ਕਰੋ। ਬਾਕੀ ਵਿਚਾਰਾਂ ਹੁਣ ਕੱਲ੍ਹ ਨੂੰ ਸ਼ਰਵਣ ਕਰਾਂਗੇ। ਆਓ ਥੋੜ੍ਹਾ ਜਿਹਾ ਸਿਮਰਨ ਕਰ ਲਈਏ, 2 ਮਿੰਟ ਰਹਿੰਦੇ ਆਪਣੇ। ਸਾਰੀ ਸੰਗਤ ਇੱਕ ਮਨ ਹੋ ਕੇ ਦਾਸ 4 ਵਾਰੀ ਵਾਹਿਗੁਰੂ ਕਹੇਗਾ, 4 ਵਾਰੀ ਉਹ ਤੁਸੀਂ ਪਿੱਛੇ ਵਾਹਿਗੁਰੂ ਫਿਰ ਕਹਿਣਾ ਉਸੇ ਲੈ ਦੇ ਵਿੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਵਾਹਿਗੁਰੂ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਵਾਹਿਗੁਰੂ 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 ਵਾਹਿਗੁਰੂ, ਧੰਨ ਵਾਹਿਗੁਰੂ 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 ਵਾਹਿਗੁਰੂ, ਧੰਨ ਵਾਹਿਗੁਰੂ ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਹਰ ਕਰ ਕਿਰਪਾ ਮਨ ਵਸ ਜਿਉ। ਵਸ ਮੇਰੇ ਹਰ ਕਰ ਕਿਰਪਾ ਮਨ ਵਸ ਜਿਉ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਹਰ ਕਰ ਕਿਰਪਾ ਮਨ ਵਸ ਜਿਉ। ਵਾਹਿਗੁਰੂ ਵਾਹਿਗੁਰੂ, ਧੰਨ ਵਾਹਿਗੁਰੂ 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 ਵਾਹਿਗੁਰੂ, ਧੰਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ